ਸਾਹਿਬ ਜੀਓ ਗੁਰਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ। ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਸੱਚ ਕੀ ਆਬ ਨਿਤ ਦੇਹ ਪਾਣੀ। ਹੋਏ ਕਿਰਸਾਨ ਈਮਾਨ ਜਮਾਏ ਲੈ। ਪਿਸਤ ਦੋਜਕ ਮੂੜੇ ਏਵ ਜਾਣੀ। ਮਤ ਜਾਣ ਸਹਿ ਗੱਲੀ ਪਾਇਆ। ਮਾਣ ਕੈ ਮਾਤੈ ਰੂਪ ਕੀ ਸ਼ੋਭਾ ਇਤ ਵਿਧੀ ਜਨਮ ਗਵਾਇਆ। ਤਿਹ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ। ਮਤ ਕਟ ਜਾਈ ਨਾਨਕ ਆਖੈ ਰਾਹੇ ਪੈ ਚੱਲਣਾ। ਮਾਲ ਧਨ ਕਿਤ ਕੂ ਸੰਜਿਆਹੀ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹਾਂ ਦੇ ਪ੍ਰਤੱਖ ਸਰੂਪ ਲੋਕ ਪਰਲੋਕ ਦੇ ਸਹਾਇਕ ਗੁਰਤਾ ਗੱਦੀ ਤੇ ਬਿਰਾਜਮਾਨ ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਸਾਰੇ ਇੱਕ ਵਾਰੀ ਆਪੋ ਮਨਾਂ ਨੂੰ ਇਕਾਗਰ ਕਰੀਏ, ਮਨਾਂ ਨੂੰ ਹਾਜ਼ਰ ਕਰੀਏ ਤਾਂ ਕਿ ਸੰਗਤ ਵਿੱਚ ਆ ਕੇ ਲਾਭ ਵੀ ਮਿਲੇ, ਗੁਰ ਸ਼ਬਦ ਦੇ ਨਾਲ ਸੁਰਤੀ ਜੁੜ ਸਕੇ ਔਰ ਸਮਾਗਮ ਦਾ ਲਾਭ ਮਿਲ ਸਕੇ। ਇਸ ਲਈ ਸਾਰੇ ਹੀ ਕਿਰਪਾ ਕਰੋ, ਮਨ ਕਰਕੇ ਬਿਰਤੀ ਕਰਕੇ ਸੁਰਤੀ ਕਰਕੇ ਇਕਾਗਰ ਹੋ ਕੇ ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਭੂਛਾਂ ਦੀਆਂ ਸੰਗਤਾਂ ਔਰ ਇਲਾਕਾ ਨਿਵਾਸੀ ਸੰਗਤ ਵੱਲੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਦਿਹਾੜਾ ਜੋ ਪਿਛਲੇ ਦਿਨਾਂ ਦੇ ਵਿੱਚ ਲੰਘਿਆ ਹੈ, 550 ਸਾਲਾ ਗੁਰਪੁਰਬ, ਉਹ ਉਸ ਲੜੀ ਤਹਿਤ ਹੀ ਆਪ ਜੀ ਮਨਾ ਰਹੇ ਹੋ। ਵੈਸੇ ਗੁਰਮਤ ਦੇ ਅੰਦਰ ਸਦਾ ਹੀ ਗੁਰਪੁਰਬ ਹੈ। ਗੁਰਪੁਰਬ ਸ਼ਬਦ ਗੁਰਮਤ ਵਿੱਚ ਹੀ ਆਇਆ। ਵੈਸੇ ਆਮ ਪੁਰਬ ਸ਼ਬਦ ਪੁਰਾਣੇ ਭਾਰਤ ਦੇ ਸੱਭਿਆਚਾਰ ਦੇ ਵਿੱਚ ਵਰਤਿਆ ਜਾਂਦਾ ਸੀ। ਪੁਰਬ ਸ਼ਬਦ 10 ਪੁਰਬ ਸਦਾ ਦਸਾਹਰਾ,
ਹਉ ਨਾਮ ਹਰ ਕਾ ਸਦਾ ਜਾਂਚੋਂ ਦੇਹੋ ਪ੍ਰਭ ਧਰਨੀ ਧਰਾ। ਪੁਰਬ ਦਾ ਮਤਲਬ ਹੁੰਦਾ ਚਾਅ ਦੇ ਨਾਲ ਕੀਤਾ ਹੋਇਆ ਕਰਮ, ਖੁਸ਼ੀ ਜਿਹਦੇ ਵਿੱਚ ਖੇੜਾ ਹੋਵੇ, ਜਿਹਦੇ ਵਿੱਚ ਉਤਸ਼ਾਹ ਹੋਵੇ। ਤੇ ਗੁਰਮਤਿ ਦੇ ਅੰਦਰ ਜਿਹੜੀ ਦਾਤ 10 ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਹੈ, ਉਹ ਦਾਤ ਬੜੀ ਵੱਡੀ ਹੈ। ਗੁਰ ਸ਼ਬਦ ਦੇ ਅਭਿਆਸ ਦੁਆਰਾ ਆਪਣੀ ਸੁਰਤੀ ਨੂੰ ਇਕਾਗਰ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ, ਕਿਉਂਕਿ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨ ਤੋਂ ਬਿਨਾਂ ਮਨੁੱਖ ਇੱਥੇ ਸੰਸਾਰ ਵਿੱਚ ਆਇਆ ਹੋਇਆ ਪਸ਼ੂਆਂ ਤੋਂ ਵੀ ਭੈੜਾ ਹੈ। ਵਿਕਾਰ ਵਿੱਚ ਇਹਦੀ ਜ਼ਿੰਦਗੀ ਚਲੀ ਜਾਂਦੀ ਹੈ, ਜੀਵਨ ਗਵਾਚ ਜਾਂਦਾ ਹੈ। ਗੁਰੂ ਸਾਹਿਬ ਨੇ ਐਸਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੋ ਹੈ ਭਾਵੇਂ ਸਾਰੇ ਥਾਵਾਂ ਤੇ, ਪਰ ਸਾਧ ਸੰਗਤ ਜੀ ਇਹ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ। ਅੱਜ ਤੱਕ ਕਿਸੇ ਨੇ ਨਹੀਂ ਕਿਹਾ ਵੀ ਮੈਂ ਫਲਾਣੇ ਥਾਂ ਤੇ ਰੱਬ ਨੂੰ ਜਾਂਦੇ ਵੇਖਿਆ ਸੀ, ਪਰ ਸਾਰੀ ਬਾਣੀ ਪਰਮੇਸ਼ਰ ਦੀ ਵਾਹਿਗੁਰੂ ਦੀ ਗੱਲ ਕਰਦੀ ਏ। ਫਿਰ ਉਹਦੇ ਨਾਲ ਸੰਬੰਧ ਕਿਵੇਂ ਜੁੜੇ? ਔਖਾ ਕਾਰਜ ਹੈ ਨਾ, ਪਰ ਕਾਰਜ ਇਹ ਕਰਨਾ ਪੈਂਦਾ। ਧਰਮ ਦਾ ਕਾਰਜ ਹੈ ਪਰਮੇਸ਼ਰ ਨਾਲ ਜੁੜਨਾ। ਜਿਹੜਾ ਇਹਦੇ ਵਿੱਚ ਸਫਲ ਹੋ ਗਿਆ ਉਹਨੂੰ ਧਰਮੀ ਕਹਿੰਦੇ ਨੇ। ਬਾਕੀ ਦੇ ਲੋਕ ਜਿਹੜੇ ਨੇ ਉਹ ਰਾਹ ਵਿੱਚ ਹੀ ਰਹਿ ਜਾਂਦੇ ਨੇ, ਜਿਹੜੇ ਜੁੜ ਨਹੀਂ ਸਕਦੇ। ਤੇ ਜੁੜਨ ਦਾ ਤਰੀਕਾ ਬਹੁਤ ਹੀ ਸੌਖਾ ਮਹਾਰਾਜ ਨੇ ਦੱਸਿਆ, ਕਿਉਂਕਿ ਆਮ ਬੰਦਾ ਜਿਹੜਾ ਉਹ ਖਾਸ ਬਰੀਕੀਆਂ ਦੇ ਵਿੱਚ ਨਹੀਂ ਕੰਮ ਕਰ ਸਕਦਾ। ਗੁਰੂ ਸਾਹਿਬ ਨੇ ਪਹਿਲਾ ਨੰਬਰ ਹੈ ਜਿਹੜਾ ਉਹ ਬਾਣੀ ਨਾਲ ਜੋੜਿਆ। ਤੇ ਬਾਣੀ ਦੇ ਅੱਗੋਂ ਕਈ ਹਿੱਸੇ ਨੇ। ਪਹਿਲਾ ਨੰਬਰ ਹੈ ਬਾਣੀ ਨੂੰ ਪੜ੍ਹਨਾ। ਸਭ ਤੋਂ ਪਹਿਲੀ ਜ਼ਰੂਰਤ ਜਿਹੜੀ ਪੜ੍ਹਨਾ ਹੈ। ਪੜ੍ਹਨ ਦੇ ਨਾਲ ਕੀ ਹੁੰਦਾ? ਇੱਥੇ ਕੱਲਾ ਪੜ੍ਹਨਾ ਹੈ, ਸਮਝਣਾ ਨਹੀਂ, ਕੱਲਾ ਪੜ੍ਹਨਾ। ਕਈ ਕਹਿਣਗੇ ਵੀ ਬਾਣੀ ਜਿਹੜੀ ਹੈ ਤੇ ਸਮਝਣ ਵਾਸਤੇ ਹੀ ਇਕੱਲੀ। ਸਮਝਣ ਵਾਸਤੇ ਵੀ ਹੈ, ਸਮਝਣਾ ਇੱਕ ਅਲੱਗ ਕਲਾਸ ਹੈ, ਪੜ੍ਹਨਾ ਇੱਕ ਅਲੱਗ ਕਲਾਸ ਹੈ, ਗਾਉਣਾ ਇੱਕ ਅਲੱਗ ਕਲਾਸ ਹੈ। ਇਹ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ। ਬਾਣੀ ਤੋਂ ਕਿਵੇਂ ਲਾਭ ਲੈਣਾ ਹੈ, ਇਹ ਗੱਲ ਬੇਨਤੀ ਕਰ ਰਿਹਾ। ਬਾਣੀ ਪੜ੍ਹੀ ਜਾਣੀ ਹੈ। ਜਦੋਂ ਵਿਚਾਰਨ ਦੀ ਗੱਲ ਆਵੇਗੀ, ਜਾਂ ਸੰਥਿਆ ਲੈਣ ਦੀ ਗੱਲ ਆਵੇਗੀ, ਜਾਂ ਲਗਾ ਮਾਤਰਾ ਦੀ ਗੱਲ ਆਵੇਗੀ, ਉਹ ਅਲੱਗ ਇੱਕ ਮਿਹਨਤ ਕਰਨ ਦਾ ਵਿਸ਼ਾ ਹੈ। ਬਾਣੀ ਸ਼ੁੱਧ ਵੀ ਹੋਣੀ ਚਾਹੀਦੀ, ਪਰ ਪੜ੍ਹਨਾ ਪਹਿਲਾ ਕਾਰਜ ਹੈ। ਬਾਣੀ ਪੜ੍ਹਨਾ ਸਭ ਤੋਂ ਸਿੱਖੀ ਦਾ ਮੂਲ ਕਾਰਜ ਕੰਮ ਹੀ ਬਾਣੀ ਨੂੰ ਪੜ੍ਹਨਾ ਹੈ। ਇਹ ਸ਼ਬਦ ਬਾਣੀ ਦੇ ਵਿੱਚ ਵੀ ਆਏ ਨੇ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਵੀ ਅੱਜ ਕੱਲ੍ਹ ਕਈ ਕਹਿੰਦੇ ਨੇ, ਸਿੱਧਾ ਹੀ ਇਹ ਕਹਿੰਦੇ ਨੇ ਵੀ ਕਿੱਥੇ ਲਿਖਿਆ ਹੋਇਆ ਬਾਣੀ ਪੜ੍ਹੋ। ਇਹ ਤਾਂ ਕੋਲੋਂ ਹੀ ਬਣਾ ਲਿਆ ਸਿੱਖਾਂ ਨੇ। ਅੱਜ ਕੱਲ੍ਹ ਗੁਰਸਿੱਖਾਂ ਦੇ, ਸਿੱਖ ਧਰਮ ਦੇ ਹਰ ਇੱਕ ਕਰਮ ਦੇ ਉੱਤੇ ਕੁਝ ਲੋਕ ਸਾਡੇ ਵਿੱਚ ਸਾਡੇ ਵਾਲੇ ਕੱਪੜੇ ਪਾ ਕੇ ਵਾੜੇ ਗਏ ਨੇ। ਪਹਾੜਾ ਦੇ ਕੇ ਕਿਰਾਏ ਤੇ ਰੱਖੇ ਹੋਏ ਬੰਦੇ, ਉਹ ਕੀ ਕਰ ਰਹੇ ਨੇ ਵੀ ਜਿਹੜਾ ਸਿੱਖੀ ਦੇ ਵਿੱਚ ਕਰਮ ਹੈ ਨਾ, ਉਹਦੇ ਉੱਤੇ ਉਂਗਲ ਉਠਾਉਂਦੇ ਨੇ ਵੀ ਇਹ ਕਿੱਥੇ ਲਿਖਿਆ ਹੋਇਆ, ਇਹ ਕਿਹਨੇ ਕਿਹਾ ਸੀ ਤੁਹਾਨੂੰ, ਆਪੇ ਜੋੜ ਲਿਆ ਤੁਸੀਂ ਤੇ ਆਪ ਹੀ ਲੱਗੇ ਹੋਏ। ਤੇ ਸਾਧ ਸੰਗਤ ਜੀ, ਇਹ ਕੁਦਰਤੀ ਤੌਰ ਤੇ ਹੈ ਵੀ ਜਿਹੜਾ ਬੰਦਾ ਚੁਗਲਖੋਰ ਹੈ ਨਾ, ਕਿਸੇ ਕੰਮ ਦੇ ਵਿੱਚ ਭਾਨੀ ਮਾਰਦਾ, ਕੁਦਰਤੀ ਤੌਰ ਤੇ ਉਹਦੀ ਗੱਲ ਦਾ ਅਸਰ ਵੀ ਬੜੀ ਜਲਦੀ ਹੁੰਦਾ। ਫਿਰ ਇੱਕ ਹੋਵੇ ਜਾਂ ਦੋ ਹੋਵੇ ਤੇ ਉਹ ਤੇ ਬੰਦਾ ਉਹਨੂੰ ਤੇ ਕਾਟ ਕਰ ਲੈਂਦਾ। ਜਦੋਂ ਤੁਹਾਨੂੰ ਪਤਾ ਵੀ ਪਿੰਡ ਦੇ ਚੌਵਾਂ ਪਾਸੇ ਕੁੱਤੇ ਭੌਂਕਣ ਲੱਗ ਪੈਣ, ਫਿਰ ਤੇ ਪਿੰਡ ਵਾਲੇ ਕਹਿੰਦੇ ਖੇਸ ਲਾ ਕੇ ਮੂੰਹ ਤੋਂ ਬਾਹਰ ਤੇ ਵੇਖੀ ਕਿਤੇ ਚੋਰ ਤੇ ਨਹੀਂ ਪੈ ਗਏ। ਬਾਕੀ ਇੱਕ ਅੱਧਾ ਹੋਵੇ ਨਾ ਇਸ ਤਰ੍ਹਾਂ ਸ਼ੱਕ ਪਾਉਣ ਵਾਲਾ, ਤੇ ਬੰਦਾ ਉਹਨੂੰ, ਉਹਦੀ ਗੱਲ ਨੂੰ ਕੱਟ ਲੈਂਦਾ ਮਨ, ਬਈ ਨਹੀਂ ਐਵੇਂ ਕਰਦਾ, ਆਪਾਂ ਨਹੀਂ ਮੰਨਣਾ, ਆਪਾਂ ਗੁਰੂ ਦੀ ਗੱਲ ਮੰਨਣੀ। ਦੋ ਹੋਣ ਤਾਂ ਵੀ ਚਾਰ,
ਤੇ ਜੇ ਸਾਰੇ ਪਿੰਡ ਦੇ ਦੁਆਲੇ ਕੁੱਤੇ ਭੌਂਕਣ ਲੱਗ ਪੈਣ ਫਿਰ ਤੇ ਸ਼ੱਕ ਪੈਣਾ ਹੀ ਹੈ। ਇਸ ਕਰਕੇ ਅੱਜ ਦੇ ਦੌਰ ਦੇ ਵਿੱਚ ਸਿੱਖ ਕੌਮ ਸ਼ੱਕ ਦੇ ਦਾਇਰੇ ਦੇ ਵਿੱਚੋਂ ਲੰਘ ਰਹੀ ਹੈ ਆਪਣੇ ਧਰਮ ਦੇ ਪ੍ਰਤੀ ਹੀ, ਕਿ ਇਹ ਪਤਾ ਨਹੀਂ ਹੈ ਵੇ ਕਿ ਨਹੀਂ, ਕਿਉਂਕਿ ਸ਼ੱਕ ਪੈ ਹੀ ਜਾਂਦਾ ਬੰਦੇ ਦੇ ਮਨ ਨੂੰ। ਤੁਸੀਂ ਇੱਥੇ ਆਏ ਹੋ ਨਾ ਗੁਰਦੁਆਰੇ, ਵਾਪਸ ਜਾਓ, ਤੁਹਾਨੂੰ 10 ਬੰਦੇ ਸਲਾਹ ਕਰਕੇ ਖਲੋ ਜਾਣ ਕਿੱਲੇ ਕਿੱਲੇ ਦੀ ਵਿੱਥ ਤੇ, ਇੱਕ ਜਣਾ ਕਵੇ ਤੂੰ ਕਿੱਥੇ ਗਿਆ ਸੀ? ਗੁਰਦੁਆਰੇ। ਕਹਿੰਦੇ ਕੁਝ ਮਿਲਿਆ? ਤੁਸੀਂ ਕੀ ਕਹਿਣਾ? ਮਿਲਣਾ ਕੀ ਹੈ? ਹੁਣ ਮਿਲਣਾ ਕੋਈ ਵਿਖਾਉਣ ਵਾਲੀ ਕੋਈ ਚਿੱਟ ਥੋੜੀ ਮਿਲਣੀ ਇੱਥੋਂ, ਇਹ ਤੇ ਅੰਦਰ ਦੀ ਅੰਦਰ ਇੱਕ ਅਣਦਿਸ ਦੀ ਦਾਤ ਹੀ ਵਸਣੀ ਨਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ। ਸਿੱਖ ਉਹਨੂੰ ਬਿਆਨ ਕਰਕੇ ਵੀ ਨਹੀਂ ਕਹਿ ਸਕਦਾ ਵੀ ਮੈਨੂੰ ਕੀ ਮਿਲਿਆ। ਉਹ ਕਹੇਗਾ ਵੀ ਗਏ ਸਾਂ ਗੁਰਦੁਆਰੇ। ਕਹਿੰਦੇ ਕੋਈ ਫਾਇਦਾ ਨਹੀਂ ਜਾਣ ਦਾ, ਇੱਕ ਜਣਾ ਕਹੇਗਾ। ਇੱਕ ਨੇ ਕਿਹਾ, ਉਹਨੂੰ ਮਨ ਕੱਟ ਗਿਆ, ਅਗਲੇ ਮੋੜ ਤੇ ਦੂਜਾ ਖਲੋਤਾ ਸੀ ਉਹਦੇ ਨਾਲ ਦਾ, ਉਹਨੇ ਕਿਹਾ ਐਵੇਂ ਟਾਈਮ ਗਵਾ ਕੇ ਆ ਗਿਆ, 2-3 ਘੰਟੇ ਮਿਲਿਆ ਉੱਥੋਂ ਤੈਨੂੰ ਕੀ ਹੈ। 10% ਮਨ ਸੋਚਣ ਲੱਗ ਪਿਆ ਵੀ ਇੱਕ ਉੱਥੇ ਕਹਿੰਦਾ ਸੀ ਇੱਕ ਹੋਰ ਕਹਿਣ ਲੱਗ ਪਿਆ, ਇਹਦਾ ਮਤਲਬ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਵੀ ਮੈਂ ਕਿਤੇ ਗਲਤ ਥਾਂ ਤੇ ਨਹੀਂ ਸੀ ਗਿਆ। ਅਜੇ ਸੋਚਦਾ ਜਾਂਦਾ ਸੀ, ਤੀਜਾ ਉਹ ਮਿਲ ਪਿਆ, ਉਹਨੇ ਕਿਹਾ ਦੁਨੀਆ ਐਵੇਂ ਤੁਰੀ ਫਿਰਦੀ ਟਾਈਮ ਖਰਾਬ ਕਰਨ ਵਾਸਤੇ, ਬਸ ਸ਼ੱਕ ਹੋਰ ਵੱਧ ਗਿਆ। ਚੌਥੇ ਨੇ ਵੀ ਉਹੀ ਕਿਹਾ। ਪੰਜਵੇਂ, ਜਦੋਂ ਬੰਦੇ ਨੂੰ ਇੱਕ ਗੱਲ ਵਾਰ-ਵਾਰ ਬਹੁਤੇ ਬੰਦੇ ਕਹਿੰਦੇ ਨੇ ਤੇ ਭਾਵੇਂ ਉਹ ਗੱਲ ਗਲਤ ਵੀ ਹੋਵੇ ਉਹ ਠੀਕ ਲੱਗਣ ਲੱਗ ਪੈਂਦੀ। ਆ ਤੁਸੀਂ ਵੇਖਿਆ ਹੋਣਾ ਨਾ ਐਡਵਰਟਾਈਜ਼ਮੈਂਟ ਵਾਲੇ ਕੋਈ ਨਵੀਂ ਚੀਜ਼ ਕੱਢਦੇ ਨੇ ਨਾ, ਨਵਾਂ ਸਾਬਣ ਵੇਚਣਾ ਉਹਨਾਂ ਨੇ ਜਾਂ ਕੋਲਗੇਟ ਵੇਚਣੀ ਹੈ, ਉਹ ਕੀ ਕਰਨਗੇ ਵੀ ਸੜਕ ਦੇ ਉੱਤੇ ਜਿਹੜੇ ਖੰਭੇ ਲੱਗੇ ਹੁੰਦੇ ਨੇ ਨਾ ਉਹਦੇ ਉੱਤੇ ਇੱਕ ਬੋਰਡ ਨਹੀਂ ਲਾਉਂਦੇ, ਲਾਈਨ ਦੇ ਵਿੱਚ ਬੋਰਡਾਂ ਦੇ ਬੋਰਡ ਹੀ ਲਾ ਦਿੰਦੇ ਨੇ। 100 150 ਖੰਭਿਆਂ ਤੇ ਲਗਾਤਾਰ ਹੀ ਲਾਈ ਜਾਂਦੇ ਨੇ। ਕਿਉਂ? ਮਨ ਵਾਰ-ਵਾਰ ਵਹਿੰਦਾ, ਵਾਰ-ਵਾਰ ਵਹਿੰਦਾ, ਵਾਰ-ਵਾਰ ਵਹਿੰਦਾ ਤੇ ਅਖੀਰ ਨੂੰ ਉਹਦੀ ਤਸਵੀਰ ਉਹਦੇ ਅੰਦਰ ਚਲੀ ਜਾਂਦੀ ਹੈ ਤੇ ਬੰਦਾ ਬਾਜ਼ਾਰ ਵਿੱਚ ਜਾ ਕੇ ਫਿਰ ਉਹਨੂੰ ਹੀ ਖਰੀਦਦਾ ਵੀ ਉਹਦੀਆਂ ਫੋਟੋਆਂ ਬੜੀਆਂ ਲੱਗੀਆਂ ਹੋਈਆਂ ਸਨ। ਇਸ ਤਰ੍ਹਾਂ ਸ਼ੱਕ ਪੈਂਦਾ। ਵੀਰ ਤੇ ਫੋਨ ਨਾ ਯਾਰ ਸੁਣਿਆ ਕਰੋ, ਤੁਸੀਂ ਸਾਰੇ 2-3 ਜਣੇ ਤੇ ਫੋਨ ਹੀ ਸੁਣੀ ਜਾਂਦੇ ਹੋ, ਇਹਨਾਂ ਨੂੰ ਬੰਦ ਕਰ ਦਿਆ ਕਰੋ, ਸੰਗਤ ਦੇ ਵਿੱਚ ਫੋਨ ਨਾ ਚਲਾਇਆ ਕਰੋ, ਇਕਾਗਰਤਾ ਬਣਾਓ। ਦੂਜੇ ਸਿੰਘਾਂ ਦੀ ਵੀ ਇਕਾਗਰਤਾ ਤੁਸੀਂ ਭੰਗ ਕਰ ਦਿੰਦੇ ਹੋ। ਕੁਝ ਨਹੀਂ ਹੁੰਦਾ, ਤੁਸੀਂ ਕੋਈ ਪਾਕਿਸਤਾਨ ਦੀ ਬਾਰਡਰ ਤੇ ਲੱਗੀ ਲੜਾਈ ਦੀ ਕਮਾਂਡ ਨਹੀਂ ਕਰ ਰਹੇ ਵੀ ਤੁਸੀਂ ਇੱਥੋਂ ਕਹਿਣਾ ਵੀ ਅੰਜ ਦਾ ਬੰਬ ਵਗਾ ਤੇ ਅੰਜ ਦੀ ਗੋਲੀ ਵਗਾ। ਹੋਣਾ ਤੇ ਆਹ ਹੀ ਹੈ ਵੀ ਲੰਗਰ ਛਕ ਲਿਆ ਜੀ, ਮੈਂ ਦਾਲ ਬੜੀ ਸਵਾਦ ਹੈ, ਹੋਰ ਕੀ ਹੋਣਾ। ਉਹ ਪਕੌੜੇ ਖਾਧੇ ਨਹੀਂ ਬਾਹਰ ਬੜੇ ਵਧੀਆ ਨਹੀਂ, ਆ ਜਾ ਉੱਠ ਕੇ ਕੁਛ ਨਹੀਂ ਗੱਲ, ਇਹੀ ਹੋਣਾ। ਹੋਰ ਤੁਸੀਂ ਕੀ ਕਰਨਾ। ਇਸ ਲਈ ਇਹਨਾਂ ਨੂੰ ਕਲਯੁਗਾਂ ਨੂੰ ਬੰਦ ਕਰਕੇ ਰੱਖਿਆ ਕਰੋ ਸੰਗਤ ਵਿੱਚ। ਆਹ ਵੇਖੋ ਕਿਵੇਂ ਵੱਜੀ ਜਾਂਦੇ ਨੇ, ਕਿਵੇਂ ਸੁਣੋਗੇ ਤੁਸੀਂ, ਕੀ ਲਓਗੇ ਇੱਥੋਂ, ਕੀ ਖੱਟੋਗੇ ਜੇ ਤੁਸੀਂ ਪਹਿਲਾਂ ਸ਼ਰਤ ਹੀ ਨਾ ਪੂਰੀ ਕੀਤੀ। ਅਜੇ ਤੱਕ ਸਿੱਖਾਂ ਨੂੰ ਸੰਗਤ ਵਿੱਚ ਆਉਣ ਦੀ ਜਾਚ ਨਹੀਂ ਆਈ। ਗੁਰਬਾਣੀ ਪੜ੍ਹਨੀ ਤੇ ਗੱਲ ਬੜੀ ਅਗਾਂਹ ਦੀ ਦੂਰ ਹੈ। ਸੰਗਤ ਵਿੱਚ ਆਓ, ਮਨ ਇਕਾਗਰ ਕਰਕੇ ਸਾਰੇ ਕੰਮ ਨਿਬੇੜ ਕੇ ਕਰਦੇ ਨਾ, ਮੱਝਾਂ ਗਾਵਾਂ ਨੂੰ ਆਪਣਾ ਪੱਠੇ ਪਾਣੀ ਪਾ ਕੇ ਆਇਆ ਕਰੋ, ਫਿਰ ਪਿੱਛੇ ਨਾ ਧਿਆਨ ਰਵੇ। ਜਿਵੇਂ ਉਹ ਜਿਹੜਾ ਕਾਜੀ ਸੀ ਉਹਦਾ ਉਹ ਵਛੇਰਾ ਪਿੱਛੇ ਰਹਿ ਗਿਆ ਸੀ ਤੇ ਧਿਆਨ ਉਹਦਾ ਪਿੱਛੇ ਰਹਿੰਦਾ ਸੀ, ਤੇ ਗੁਰੂ ਸਾਹਿਬ ਕਹਿੰਦੇ ਵੀ ਨਮਾਜ਼ ਤੇ ਤੂੰ ਮੂੰਹ ਨਾਲ ਪੜ੍ਹੀ, ਉਹਨਾਂ ਧਿਆਨ ਤੇ ਤੇਰਾ ਘਰ ਤੁਰਿਆ ਫਿਰਦਾ। ਹੁਣ ਆਹ ਤੁਹਾਡਾ ਧਿਆਨ ਟਿਕਣ ਦੇਣਗੇ? ਇਹਨਾਂ ਨੂੰ ਤਾਂ ਪਹਿਲਾਂ ਹੀ ਬੰਦ ਕਰਕੇ ਆਇਆ ਕਰੋ। ਤਾਂ ਫਿਰ ਇਕਾਗਰਤਾ, ਫਿਰ ਧਿਆਨ ਦਿਓ। ਕਰੋ ਮਦਦ ਥੋੜੀ ਜਿਹੀ ਇਹਨਾਂ ਦੀ। ਤਾਂ ਵੇਖੋ ਕਿੰਨੀ ਇਹ ਮਤਲਬ ਡਿਸਟਰਬੈਂਸ ਹੋਈ, ਕਿੰਨੇ ਮਿਹਨਤ ਨਾਲ ਪ੍ਰਬੰਧਕਾਂ ਨੇ। ਵੇਖੋ ਭਾਈ ਸਾਹਿਬ ਇੱਥੇ ਬੋਲ ਰਹੇ ਸੀ ਨਾ, ਉਹ ਕਹਿ ਰਹੇ ਸੀ ਵੀ ਅਸੀਂ ਇਹਨੂੰ, ਮੇਰੇ ਬਾਰੇ ਕਹਿ ਰਹੇ ਸੀ 5 ਸਾਲਾਂ ਤੋਂ ਫੋਨ ਕਰਦੇ ਸੀ। ਫੋਨ ਇਹਨਾਂ ਬਹੁਤ ਕੀਤੇ, ਟਾਈਮ ਅੱਗੇ ਪਿੱਛੇ ਹੋ ਜਾਂਦਾ ਸੀ, ਕਦੀ ਮੈਂ ਖਾਲੀ ਨਹੀਂ ਸੀ ਹੁੰਦਾ, ਜਦੋਂ ਮੈਂ ਹੁੰਦਾ ਸੀ ਉਦੋਂ ਇਹਨਾਂ ਦਾ ਸਮਾਗਮ ਨਹੀਂ ਸੀ ਹੁੰਦਾ। ਤੇ ਜੇ ਮੈਂ ਹੁਣ ਆ ਹੀ ਗਿਆ ਤੇ ਹੁਣ ਇੱਥੇ ਫੋਨਾਂ ਵਾਲੇ ਨਹੀਂ ਖਲੋਣ ਦਿੰਦੇ, ਵੀ ਹੁਣ ਕਰੇ ਕੀ ਬੰਦਾ। ਉਹਨਾਂ ਦੀ ਮਿਹਨਤ ਵੱਲ ਵੇਖੋ, ਜਿਨ੍ਹਾਂ ਨੇ ਇੰਨੇ ਦਿਨਾਂ ਤੋਂ ਫੋਨ ਕਰ ਕਰਕੇ ਸਾਨੂੰ ਰਾਹ ਦੱਸ ਕੇ ਵੀ ਇੱਥੇ ਕਰਕੇ ਸਾਡਾ ਪਿੰਡ ਹੈ, ਇੱਥੇ ਆ, ਉਹਨਾਂ ਦੀ ਮਿਹਨਤ ਵੱਲ ਵੇਖਿਆ ਕਰੋ ਤੇ ਇੱਥੇ ਇਕਾਗਰਤਾ ਬਣਾ ਕੇ ਆਇਆ ਕਰੋ। ਤਾਂ ਸ਼ੱਕ ਦੀ ਮੈਂ ਗੱਲ ਕਰ ਰਿਹਾ ਸੀ ਵੀ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਉਸ ਕਰਮ ਦਾ ਹਰ ਇੱਕ ਦਾ ਖੰਡਨ ਕੀਤਾ। ਜਿਹੜਾ ਕਰਮ ਤੁਸੀਂ ਕਰ ਰਹੇ ਹੋ ਉਹਨੂੰ ਕਰਮ ਕਾਂਡ ਕਿਉਂ ਕਿਹਾ ਹੈ? ਗੁਰੂ ਸਾਹਿਬ ਨੇ ਕਰਮ ਕਾਂਡ ਦਾ ਖੰਡਨ ਕੀਤਾ। ਕਿਤੇ ਵੀ ਗਏ ਕਰਮ ਕਾਂਡ ਦਾ ਖੰਡਨ ਕੀਤਾ। ਕਰਮ ਕਾਂਡ ਕਿਹਨੂੰ ਕਹਿੰਦੇ ਨੇ? ਜਿਹੜਾ ਤੁਸੀਂ ਐਵੇਂ ਹੀ ਕਰੀ ਜਾਂਦੇ ਹੋ, ਜਿਹਦੇ ਵਿੱਚ ਤੁਹਾਡੀ ਸੁਰਤੀ ਬਿਰਤੀ ਹੈ ਨਹੀਂ, ਮਨ ਹੈ ਨਹੀਂ,
वैसे ही करी जाते हो लोकाचारी रिवाज के तौर पर भी मैं गया सी, वो गया सी, दूजा तीजा चौथा सारे इकट्ठे होके तुर गए। की करन गए? कहते पता ही नहीं की करन गए सी। नहीं, सिख ने इंज इकागर होके गुरु के चरणों में आना है। बाणी पढ़न वास्ते, बाणी फिर पढ़न वास्ते मन दे विच इकागरता होनी चाहिए। बाणी पढ़न दे नाल दो दातां मिलदियां ने, वो मैं तुहानूं बेनती करदा। एक ते तुसीं कदी वेखो ना, पढ़न दे नाल तुसीं भावें अखबार ही पढ़ लो, वो गलत चीज़ भावें ठीक है गलत, ये नहीं मैं ये नहीं कह रहा भी ठीक है जां गलत है, ठीक भी हो सकती है गलत भी हो सकती है। पर पढ़न लग्या की हुंदा है कि बंदे दा खिलरिया होया जिहड़े ख्याल जिहड़े अगे पिछे गए ना, सारे एक केंद्र दे उत्ते एक थां ते इकट्ठे होने शुरू हो जांदा मन जिहड़ा। ते जदों मन इकट्ठा शुरू होना हुंदा, मन ज्यों-ज्यों इकट्ठा हुंदा, ज्यों-ज्यों इकट्ठा होई जांदा, ज्यों-ज्यों ख्याल रुकदे ने, ज्यों-ज्यों ख्याल रुकदे ने, ते ख्यालां दे रुकदियां रुकदियां ओहदी सुरती बन जांदी है। फिर सुरती, अजे साडे कोल सुरती है नहीं, क्योंकि अजे ख्याल ने, ख्याल कई पासे गए हुए, कदी किसे पासे ख्याल चला जाता, कदी किसे पासे। और बाणी वार वार कहती भी ख्यालों नूं रोको, ख्यालों नूं इकट्ठे करो। जे तुसीं नाम जपना है ना, बंदगी करनी है, जे कोई इत्थों लाभ प्राप्त करना है, तो ख्याल नहीं तुहाडे विचों निकलने चाहिए। जिन्ना चिर ख्याल आउंदे ने उन्ना चिर तुहाडा मन है, पर तुहाडे कोल सुरती नहीं। ते ख्याल जिहड़े ने ये साध संगत जी नौ द्वारियां दे राहीं बाहर खिलरदे रहिंदे ने। जिवें असीं किसे वल वेखने आ जां किसे दी गल सुणने आ, तां ओहदे नाल ध्यान भटकदा रहिंदा ते कारज सिद्ध नहीं हुंदा। उन्ना चिर गुरु ग्रंथ साहिब जी दी बाणी दी ना पकड़ आउंदी है, ना शब्द सुरत दा मेल हुंदा है, ते ना कारज सिद्ध हुंदा है। काम सिरे नहीं लगदा, गल उत्थे दी उत्थे खड़ी रहिंदी है। असीं सिख भी बन जांदे आ। हुण असीं उन्हां नूं कह रहे हां जिहड़े इत्थे नहीं आए, पर जिहड़े इत्थे आए आ उन्हां दी स्कूलिंग नहीं हो रही, उन्हां नूं सही तरीके दे नाल मतलब कह लो भी गाइडनेस नहीं हो रही, तो ना ही वो कर रहे ने सुरत शब्द का अभ्यास ही नहीं कर रहे। गुरमत कली इतिहास की गल नहीं करती, तवारीख की गल नहीं करती, गुरमत वर्तमान प्रैजेंट की भी गल करती। इतिहास जिहड़ा है जो बीतिया होया पास्ट गुजरिया होया समय, वो तो सानू सपोर्ट दिंदा है भी बाबा बुढ़ा साहब होए सी ते उदों उन्होंने इस तरह सिक्खी कमा के सानू मॉडल पेश मॉडल करता भी सिक्खी इस तरह कमाई दी, गुरु का हुक्म इस तरह मनी दा, महाराज का जिहड़ा सत्कार इस तरह करीदा। ये गुरु साहब ने ये पुराने सिखां दे जीवन आपां तां पढ़ने। एक गुरु अर्जन देव जी का सिख होया ना भाई मंझ, भाई मंझ नूं गुरु साहब ने जदों सेवा बड़ी की, भाई मंझ ने सेवा करदियां करदियां शरीर भी कमजोर हो गया, ते बहुत कमजोर हो गया शरीर। ते साध संगत जी लकड़ां लियाउंदे सी, खूह विच डिग पिया। अज भी तुसीं साखी सुणदे हो कई बारी, महाराज ने बाहर कढ़िया, लकड़ां बाहर कढ़ियां ते बड़े खुश होए भाई मंझ ते, क्योंकि गुरु साहब ने कसवट्टी बड़ी वड्डी लाई सी। कसवट्टी लाई सी भी तू लंगर दे विचों लंगर भी नहीं छकना। शरीर कमजोर पै गया, खुराक घट गई, पर सेवा उस तरह चलती रही। तो महाराज खुश हो के सच्चे पातशाह कहते भी मंझ असीं तेरे ते बड़े खुश हाँ, ते तू कुछ मंग लै। तो भाई मंझ ने कहा महाराज हुण किसी चीज़ की लोड़ नहीं रही, तुहाडी किरपा हो गई, किरपा तुमरी किरपा मैं सूख कनेरे। हुण किरपा दे विच सारे सुख, तुसीं जिथे खड़े हो हुण मैनूं मंगण की लोड़ की रह गई, सारा कुछ तो मिल गया। हुण एक किरपा कर दिओ, कहंदे नहीं कुछ मंग जरूर। ते भाई मंझ जी कहंदे ने, गुरु साहब कहंदे भाई मंझ कुछ मंग लै। ते भाई मंझ सिखां वास्ते मंगदे ने, साडे वास्ते, साडे वास्ते मंगिया। की मंगिया? कहन लगे महाराज सच्चे पातशाह भी आउण वाले जिहड़े सिख होणगे ना समय विच, हालात ही इस तरह की बन जानी है, समा ही इस तरह का आ जाना है कि सिक्खी दे उत्ते परपक्क रहना बहुत औखा हो जाना लोगों वास्ते, बड़ा औखा हो जाना। तुसीं वेख रहे हो ना, बड़ी गल जिहड़ी भाई साहब ने कही है भी 5 प्यारे ढीक रहे ने भी एक बंदा ही अमृत छक लवे। गल बहुत साध संगत जी दुख वाली है।
ਆ मैं ਇੱਥੇ रेलवे स्टेशन ਤੇ ਫਾਟਕਾਂ ਤੇ ਖੜੇ ਸੀ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਸਾਰੇ ਅੱਗੇ ਪਿੱਛੇ ਜਦੋਂ ਫਾਟਕ ਬੰਦ ਹੁੰਦਾ। ਮੈਂ ਕਿਹਾ ਪੰਜਾਬ ਦੀ ਧਰਤੀ ਏ ਤੇ ਸਾਧ ਸੰਗਤ ਜੀ ਉੱਥੇ ਮੋਟਰਸਾਈਕਲਾਂ ਵਾਲੇ ਲੰਘੇ 20 ਦੇ ਕੇਸ ਕੱਟੇ ਸਨ ਤੇ ਇੱਕੋ ਨੇ ਪੱਗ ਬੱਧੀ ਹੋਈ ਸੀ ਬਸ। ਇਹ ਪੰਜਾਬ ਦੀ ਹਾਲਾਤ ਏ, ਇਹਨੂੰ ਵੇਖਣਾ ਪਏਗਾ ਵੀ ਅਸੀਂ ਖੜੋਤੇ ਕਿੱਥੇ ਆ। ਆਦ ਤੁਸੀਂ ਸਿੰਘ ਆ ਗਏ, ਚਲੋ ਦਰਸ਼ਨ ਦੇ ਰਹੇ ਹੋ ਸਾਰੇ ਸਾਰੇ ਪੱਗਾਂ ਦਾੜਿਆਂ ਵਾਲੇ ਸੋਹਣੇ ਅੰਮ੍ਰਿਤਧਾਰੀ ਹੋ। ਆ ਦੂਜਾ ਜਿਹੜਾ ਮਾਲ ਹੈ ਉਹ ਤੇ ਬਹੁਤਾ ਉਹ ਤੇ ਆਇਆ ਹੀ ਕੋਈ ਨਹੀਂ, ਆਏ ਨਹੀਂ, ਸੁਣਾਈਏ ਕਿਹਨੂੰ, ਗੱਲ ਕਿਹਦੇ ਨਾਲ ਕਰੀਏ, ਉਹ ਆਉਂਦਾ ਹੀ ਨਹੀਂ। ਇਸ ਲਈ ਅਸੀਂ ਸੋਚਿਆ ਥੋੜਾ ਜਿਹਾ ਅਸੀਂ ਉਪਰਾਲਾ ਵੀ ਕੀਤਾ, ਇੱਕ ਸਿੰਘਾਂ ਨੇ ਜੋੜ ਮੇਲਾ ਬਣਾ ਕੇ, ਇੱਕ ਜਥੇਬੰਦੀ ਬਣਾ ਕੇ, ਸੇਵਾ ਦਲ, ਸਾਹਿਬਜ਼ਾਦੇ ਸੇਵਾ ਦਲ, ਵੀ ਆਪਾਂ ਗੁਰਦੁਆਰਿਆਂ ਤੋਂ ਬਾਹਰ ਜਾ ਕੇ ਜਿੱਥੇ ਮੁੰਡੇ ਸਿੰਘ ਰਹਿੰਦੇ ਨਾ, ਕੇਸ ਕੱਟੇ ਹੋਏ ਨੇ, ਸਕੂਲਾਂ ਵਿੱਚ, ਗੁਰੂ ਘਰ ਤੋਂ ਬਾਹਰ, ਸੱਥਾਂ ਦੇ ਵਿੱਚ, ਜਿੱਥੇ ਬਾਹਰ ਬਹਿੰਦੇ ਨੇ ਉੱਥੇ ਅਮਲ ਖਾਂਦੇ ਨੇ, ਉੱਥੇ ਚਿੱਟੇ ਖਾਂਦੇ ਨੇ। ਸਾਡੀ ਸਰਕਾਰ ਵੰਡਦੀ ਏ, ਇਹ ਬੁਰੇ ਹਾਲ ਕੀਤੇ ਸਾਡੀ ਸਰਕਾਰ ਨੇ। ਆ ਹੁਣੇ ਕੱਲ 2 ਕੁਇੰਟਲ ਦੇ ਕਰੀਬ ਹੈਰੋਇਨ ਫੜੀ ਗਈ ਅੰਮ੍ਰਿਤਸਰ ਦੇ ਵਿੱਚ, ਤੁਸੀਂ ਸੁਣਿਆ ਹੋਣਾ। ਇਹ ਲੋਕਾਂ ਨੇ ਖਾਣੀ ਸੀ ਨਾ, ਲੋਕਾਂ ਦੀਆਂ ਆਂਦਰਾਂ ਗਲਣੀਆਂ ਸਨ, ਲੋਕਾਂ ਦੇ ਬੱਚੇ ਮਰਨੇ ਸਨ, ਹੋਰ ਕੀ ਹੋਣਾ ਸੀ। ਵੇਚਦਾ ਕੌਣ ਹੈ ਹੁਣ? ਉਹਨਾਂ ਨੂੰ ਬਚਾਉਣ ਵਾਲੇ ਵੀ ਆ ਜਾਣੇ ਨੇ, ਕਰਦਾ ਕੌਣ ਹੈ? ਇੱਥੇ ਕਿਹੜਾ ਕਾਨੂੰਨ ਹੈ? ਕਹਿੰਦੇ ਡੈਮੋਕ੍ਰੇਸੀ ਹੈ ਜੀ, ਫਲਾਣਾ ਹੈ ਜੀ, ਢਿੰਗੜਾ ਹੈ। ਆ ਇੱਕ ਬੀਬੀ ਦੇ ਨਾਲ ਬਲਾਤਕਾਰ ਹੋਇਆ ਤੇ ਉਹਦੀ ਹੱਤਿਆ ਵੀ ਕੀਤੀ, ਜਿਹੜੀ ਉਹ ਬੀਬੀ ਸੀ ਦਿੱਲੀ ਦੇ ਵਿੱਚ, ਤੇ ਉਹਦਾ ਪੱਕਾ ਫਿਕਸ ਵੀ ਕਰ ਦਿੱਤਾ ਗਿਆ ਸੀ ਵੀ ਇਹਨਾਂ 4 ਬੰਦਿਆਂ ਨੇ ਕੰਮ ਕੀਤਾ ਤੇ ਇਹਨਾਂ ਨੂੰ 2 ਤਰੀਕ ਨੂੰ, 2 ਫਰਵਰੀ ਨੂੰ ਫਾਂਸੀ ਲੱਗ ਜਾਣੀ ਹੈ, ਇਹਨਾਂ ਨੂੰ 1 ਤਰੀਕ ਨੂੰ। ਸਾਰਾ ਕੁਝ ਤੈਅ ਹੋ ਗਿਆ ਸੀ, ਪਰ ਉਹਨਾਂ ਕਾਤਲਾਂ ਦੀ ਤੇ ਬਲਾਤਕਾਰੀਆਂ ਦੀ ਹਮਾਇਤ ਕਰਨ ਵਾਲੇ ਵੀ ਆ ਗਏ, ਉਹਨਾਂ ਨੇ ਫਾਂਸੀ ਰੁਕਾ ਦਿੱਤੀ ਹੈ। ਤੇ ਵਕੀਲ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਉਹਦੀ ਮਾਂ ਨੂੰ ਵੀ ਨਹੀਂ ਲੱਗਣ ਦੇਣੀ ਇਹਨਾਂ ਨੂੰ ਫਾਂਸੀ। ਉਹ ਵਿਚਾਰੀ ਰੋਂਦੀ ਫਿਰਦੀ ਹੈ। ਦੱਸੋ ਕਿੱਥੇ ਕਾਨੂੰਨ ਹੈ? ਫਿਰ ਕਹਿੰਦੇ ਨੇ ਜੀ ਇਹ ਕਾਨੂੰਨ ਤੋਂ ਬਾਹਰ ਦੀ ਗੱਲ ਕਰਦੇ ਨੇ, ਇਹ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਉਹ ਕਾਨੂੰਨ ਤੁਸੀਂ ਲਾਗੂ ਹੀ ਨਹੀਂ ਕਰਦੇ, ਫਿਰ ਲੋਕਾਂ ਨੇ ਬਾਹਰ ਤੇ ਜਾਣਾ ਹੀ ਹੈ। ਫਿਰ ਤੁਸੀਂ ਨਹੀਂ ਚੁੱਕਦੇ ਗੰਨ, ਫਿਰ ਲੋਕਾਂ ਨੇ ਤਾਂ ਚੁੱਕਣੀ ਹੈ। ਫਿਰ ਕਹੋਗੇ ਉਗਰਵਾਦੀ ਨੇ, ਫਿਰ ਆਹ ਨੇ, ਉਹ ਨੇ। ਕਿਉਂ ਚੁੱਕੀਆਂ ਸਨ ਇੱਥੇ? ਇਹ ਤਾਂ ਚੁੱਕੀਆਂ ਸਨ, ਤੁਸੀਂ ਲੋਕਾਂ ਦੇ ਹੱਕ ਖਾਧੇ, ਲੋਕਾਂ ਦੇ ਖੂਨ ਪੀਤੇ, ਤਾਂ ਚੁੱਕੀਆਂ ਸਨ। ਚੁੱਕਣ ਦਾ ਆਮ ਬੰਦੇ ਨੂੰ ਆਪਣੀ ਸੰਸਾਰਕ ਪਰਿਵਾਰਕ ਜ਼ਿੰਦਗੀ ਛੱਡ ਕੇ ਤੇ ਦੁੱਖਾਂ ਦੇ ਵਿੱਚ ਕਹਿ ਲਓ ਜਾਂ ਕੋਟਾਂ ਕਚਹਿਰੀਆਂ ਵਿੱਚ ਜਾਣ ਦਾ ਕੋਈ ਸ਼ੌਂਕ ਨਹੀਂ ਹੁੰਦਾ ਵੀ ਮੈਂ ਆਪਣੇ ਬੱਚੇ ਛੱਡ ਕੇ ਤੇ ਬਾਹਰ ਕਿਤੇ ਰੁਲਦਾ ਫਿਰਾਂ। ਇਹ ਸ਼ੌਂਕ ਨਹੀਂ ਹੁੰਦਾ। ਪਰ ਜਦੋਂ ਕਿਸੇ ਦਾ ਹੱਕ ਖੋਇਆ ਜਾਏ, ਗੁਰੂ ਸਾਹਿਬ ਨੇ ਵੀ ਉਸ ਵੇਲੇ ਇਹ ਗੱਲ ਕਹੀ ਹੈ ਵੀ ਉਦੋਂ ਫਿਰ ਇਹ ਗੱਲਾਂ ਹੁੰਦੀਆਂ ਨੇ। ਇਸ ਕਰਕੇ ਡੈਮੋਕ੍ਰੇਸੀ ਤੇ ਅਖਬਾਰਾਂ ਵਿੱਚ ਤੇ ਵਰਕਿਆਂ ਦੇ ਉੱਤੇ ਤੇ ਕਾਗਜ਼ਾਂ ਦੇ ਉੱਤੇ ਲਿਖੀ ਹੋਈ ਹੈ, ਦੁਨੀਆ ਦੇ ਵਿੱਚ ਗਰਾਊਂਡ ਵਿੱਚ ਕਿੱਥੇ ਲਾਗੂ ਹੁੰਦੀ? ਉਸੇ ਤਰ੍ਹਾਂ ਹੀ ਫਿਰਦੇ ਨੇ। ਬੋਤਲ ਨਵੀਂ, ਸ਼ਰਾਬ ਪੁਰਾਣੀ। ਸਰਕਾਰ ਬਦਲ ਗਈ ਜੀ, ਸਰਕਾਰ ਬਦਲ ਗਈ। ਮੁੱਖ ਮੰਤਰੀ ਬਦਲ ਗਿਆ ਜੀ, ਮੁੱਖ ਮੰਤਰੀ ਬਦਲ ਗਿਆ। ਉਹ ਲੋਕਾਂ ਨੇ ਮੁੱਖ ਮੰਤਰੀ ਬਦਲ ਗਿਆ, ਬੋਤਲ ਬਦਲ ਗਈ, ਲੇਬਲ ਬਦਲ ਗਿਆ, ਪੱਗ ਬਦਲ ਗਈ, ਮੂੰਹ ਬਦਲ ਗਿਆ। ਗੰਦ ਤੇ ਅੰਦਰ ਪਹਿਲੇ ਦੇ ਜਿਹੜਾ ਸੀ ਇਹਦੇ ਵਿੱਚ ਹੁਣ ਵਾਲੇ ਵਿੱਚ ਹੀ ਉਹੀ ਪਿਆ ਹੋਇਆ। ਕੰਮ ਤੇ ਜਿਹੜਾ ਪਹਿਲਾਂ ਕਰਦਾ ਸੀ ਉਹ ਵੀ ਇਹਨੇ ਵੀ ਉਹੀ ਕਰਨਾ। ਕੰਮ ਨਹੀਂ ਬਦਲਦਾ, ਸਭ ਰਲੇ ਹੋਏ ਨੇ, ਸਭ ਇੱਕ ਦੂਜੇ ਨੂੰ ਕਹਿੰਦੇ। ਇੱਕ ਚੋਰ ਕਹਿੰਦਾ ਤੂੰ ਮੇਰੀ ਚੋਰੀ ਨਾ ਨਸ਼ਰ ਹੋਣ ਦੀ, ਦੂਜਾ ਕਹਿੰਦਾ ਤੂੰ ਮੇਰੀ ਚੋਰੀ ਨਾ ਪਕੜਨ ਦੀ। ਆਪਾਂ ਇਕੱਠੇ ਹੋ ਕੇ ਲੋਕਾਂ ਦੇ ਗਲੇ ਕੁੱਟੀ ਜਾਂਦੇ ਆ। ਕੋਈ ਗੱਲ ਨਹੀਂ। ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਇਸ ਝੂਠ ਦਾ ਵਿਰੋਧ ਕੀਤਾ, ਤਾਂ ਹੀ ਕਿਹਾ ਸੀ ਸ਼ਰਮ ਧਰਮ ਤੋਂ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਝੂਠ ਪ੍ਰਧਾਨ ਫਿਰਦਾ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਕਾਰਜ ਜਿਹੜਾ ਮੁੱਢਲਾ ਕਾਰਜ ਹੈ ਨਾ, ਸਿੱਖ ਧਰਮ ਦਾ ਮੁੱਢਲਾ ਕਾਰਜ, ਬਾਅਦ ਵਿੱਚ ਤੁਸੀਂ ਕੋਈ ਭਾਵੇਂ ਸਮਾਜ ਸੁਧਾਰ ਦੀ ਗੱਲ ਕਰੋ, ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹੋ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ੍ਹੋ, ਕੁਝ ਵੀ ਕਰੋ, ਕਿੰਨੀਆਂ ਗੱਲਾਂ ਕਰੋ, ਸੁਣੋ, ਇਹ ਸਾਰੀਆਂ ਗੱਲਾਂ ਇਹ ਤਾਂ ਬਾਅਦ ਵਿੱਚ ਆਉਣੀਆਂ ਨੇ। ਗੁਰੂ ਘਰ ਦਾ ਪਹਿਲਾ ਜਿਹੜਾ ਸਾਧ ਸੰਗਤ ਦੀ ਕਾਰਜ ਹੈ ਉਹ ਹੈ ਬੰਦੇ ਦੇ ਧਿਆਨ ਦੇ ਵਿੱਚ ਗੁਰੂ ਸ਼ਬਦ ਦਾ ਵਸ ਜਾਣਾ। ਪਹਿਲਾ ਕਾਰਜ ਇਹ ਹੈ। ਇਹਦੇ ਵਾਸਤੇ ਇੱਕੋ ਹੀ ਕੰਮ ਕਰਨਾ ਪੈਣਾ, ਸਭ ਤੋਂ ਪਹਿਲਾਂ ਬਾਣੀ ਦੇ ਪਾਠਕ ਬਣਨਾ ਪੈਣਾ। ਅੱਜ ਆਪਾਂ ਜਿੰਨੇ ਵੀ ਗੁਰੂ ਦਰਬਾਰ ਵਿੱਚ ਆਏ ਆ, ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਆਏ ਆ, ਅੱਜ ਸਾਰੇ ਆਪਾਂ ਇੱਕ ਗੱਲ ਸੋਚੀਏ
कि कल तो लैके, मैं ज़्यादा तो तुहानूं नहीं कहता, पहली गल तो तुहाडे जिथे गुरुद्वारा साहिब होवेगा ना, उत्थे एक सियाणा ग्रंथी सिंह रखो जिहड़ा गुरबाणी की संथ्या कराए, ज्यादा ना कराए, घट्टो घट जपजी साहिब की सारे पिंड नूं कराए, सारे पिंड नूं जपजी साहिब की भी जपजी साहिब इस तरह बोलना है। मैं इस तरह नहीं तुहानूं कहना भी सहज पाठ करिया करो जी, सहज पाठ करिया करो। आ एक पिछे जी बंदा बोलदा सी, पोथियां असीं कल नूं तुहानूं लिया देंगे, सैंचियां असीं तुहानूं कल नूं जिन्नियां कहिंदे उन्नियां ट्रकां दे ट्रक लिया देंगे, सारे जने सहज पाठ करिया करो, घर ही पढ़िया करो बाणी, हरमंदर साहिब जाण दी लोड़ ही नहीं। सुनिया होना तुसीं विचों विचों कईयां ने, उत्थे की पिया है, उत्थे 500 का नोट देंदे हो ते सरोपा मिलदा, कई कहा ना गल्लां। सगों कहना तो यह सी भी भाई गुरु के सिखो, इत्थे भी बाणी पढ़ो, घर भी पढ़ो, ते गुरु रामदास जी के घर के दर्शन करन जदों टाइम लगे दर्शन भी करके आओ, उत्थों एनर्जी मिलती, सिख नूं ताकत मिलती दर्शन करन दे। घर भी रखो पोथियां, घर भी पढ़ो, कहना तो यह सी, पर उधर कट दिता। क्यों? उस कट्टण दे पैसे मिलने ने, उस कट्टण दे पैसे मिले। उत्थे जी आ उत्थे प्रबंधक, उत्थे ते मस्सा रंगड़ भी आया सी, सिखां ने जाना छड्ड दित्ता सी उदों। प्रबंधक आए, गलत आए, उहदी उपराला करो भी ठीक प्रबंधक आए, सुधार दी गल करो, जां उहनूं बदल लो, जां उहदे बदल दी गल करो। पर तुसीं गुरु अस्थान छड्ड के भज्जण दी गल कर रहे हो कि उत्थे जाओ ही ना, ਇਹਦਾ मतलब है तुसी मस्से रंगड़ दी औलाद हो, यही मतलब है। ਉਹ ਜ਼ਕਰੀਆ ਖਾਨ ਕਹਿੰਦਾ ਸੀ ਸਿੱਖ ਇੱਥੇ ਨਾ ਆਉਣ, ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸੀ ਸਿੱਖ ਹਰਿਮੰਦਰ ਸਾਹਿਬ ਨਾ ਆਉਣ, ਤੇ ਜੇ ਕੋਣ ਸਿੱਖਾਂ ਵਾਲੇ ਕੱਪੜੇ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਕਹਿੰਦਾ ਉੱਥੇ ਜਾਣ ਦੀ ਲੋੜ ਕੋਈ ਨਹੀਂ, ਤੇ ਨਾਲ ਸਪੋਰਟ ਲੈ ਲਈ ਇਸ ਗੱਲ ਦੀ ਵੀ ਘਰ ਸੈਂਚੀਆਂ ਤੋਂ ਪਾਠ ਕਰ ਲਿਆ ਕਰੋ। ਸਿੱਖ ਬੋਲਣ ਜੋਗੇ ਵੀ ਨਾ ਰਹੇ ਵਿਚਾਰੇ ਜਿਹੜੇ ਅੱਗੇ ਬੈਠੇ ਸਨ, ਉਹਨਾਂ ਕਿਹਾ ਜੀ ਬਾਬਾ ਜੀ ਦੇ ਇਹੀ ਕਹਿੰਦੇ ਨਾ ਵੀ ਘਰ ਪਾਠ ਕਰਿਆ ਕਰੋ। ਦੂਜੀ ਗੱਲ ਵਿੱਚ ਦਿਮਾਗ ਦੇ ਵਾੜ ਦਿੱਤੀ, ਚੋਰ ਨੇ ਤਰੀਕੇ ਦੇ ਨਾਲ ਹਰਿਮੰਦਰ ਸਾਹਿਬ ਨੂੰ ਕੱਢ ਦਿੱਤਾ ਸਿੱਖ ਦੇ ਸਿਰ ਵਿੱਚੋਂ, ਦਿਮਾਗ ਵਿੱਚੋਂ। ਪਰ ਯਾਦ ਰੱਖੋ ਹਰਿਮੰਦਰ ਸਾਹਿਬ ਸਿੱਖ ਦੀ ਅਕਾਲ ਤਖਤ ਸਿੱਖ ਦਾ ਹਿਰਦਾ ਹੈ। ਇਹ ਬਾਹਰੋਂ ਵੇਖਣ ਵਿੱਚ ਲੱਗਦਾ ਹੈ ਇੱਟਾਂ ਤੇ ਪੱਥਰਾਂ ਦਾ ਬਣਿਆ ਹੈ, ਇਹ ਅਕਾਲ ਤਖਤ ਸਾਹਿਬ ਪੱਥਰਾਂ ਤੇ ਇੱਟਾਂ ਦਾ ਨਹੀਂ ਬਣਿਆ, ਇਹ ਸਿੱਖਾਂ ਦੀਆਂ ਹੱਡੀਆਂ ਦਾ ਬਣਿਆ ਹੋਇਆ ਹੈ। ਮੇਰੇ ਖਿਆਲ ਵਿੱਚ ਤੁਸੀਂ ਇਤਿਹਾਸ ਨੂੰ ਫੋਲ ਲਵੋ, ਜਿੰਨਾ ਮਟੀਰੀਅਲ ਅੱਜ ਅਕਾਲ ਤਖਤ ਸਾਹਿਬ ਦੀਆਂ ਕੰਧਾਂ ਤੇ ਲੱਗਾ ਤੇ ਜਿੰਨਾ ਹਰਿਮੰਦਰ ਸਾਹਿਬ ਤੇ ਲੱਗਾ, ਜੇ ਤੁਸੀਂ ਸ਼ਹੀਦ ਸਿੰਘਾਂ ਦੀਆਂ ਹੱਡੀਆਂ ਇਕੱਠੀਆਂ ਕਰ ਲਓ ਤੇ ਇਹਨਾਂ ਪੱਥਰਾਂ ਨੂੰ ਹੱਡੀਆਂ ਦਾ ਢੇਰ ਵੱਡਾ ਲੱਗ ਜਾਏਗਾ। ਇਸ ਹਰਿਮੰਦਰ ਸਾਹਿਬ ਦੀ, ਇਸ ਅਕਾਲ ਤਖਤ ਦੀ ਸੇਵਾ ਵਾਸਤੇ ਇੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ, ਤੇ ਇਹ ਕਹਿੰਦੇ ਹਰਿਮੰਦਰ ਸਾਹਿਬ ਜਾਣ ਦੀ ਲੋੜ ਹੀ ਕੋਈ ਨਹੀਂ, ਉੱਥੇ ਹੈ ਹੀ ਕੁਝ ਨਹੀਂ। ਹੋਰ ਅਰਥ ਕਰਕੇ ਕੱਢ ਦੇਣਗੇ, ਹਰੀ ਤੇ ਵਿਸ਼ਨੂੰ ਨੂੰ ਕਹਿੰਦੇ ਨੇ ਸੀ ਜੀ, ਇਹ ਵਿਸ਼ਨੂੰ ਨੂੰ ਕਹਿੰਦੇ ਸੀ ਫਲਾਣੇ। ਉਹ ਪੜੋ, ਕਿਸੇ ਕੋਲੋਂ ਬਵੋ, ਤੁਹਾਨੂੰ ਪਤਾ ਲੱਗੇ ਹਰੀ ਦੇ ਕਿੰਨੇ ਅਰਥ ਹੁੰਦੇ ਨੇ। ਤੁਸੀਂ ਕਿਸੇ ਬੰਦੇ ਕੋਲ ਬਵੋ ਤੇ ਤੁਹਾਨੂੰ ਪਤਾ ਲੱਗੇ ਵਿਦਿਆ ਕੀ ਹੁੰਦੀ ਵੀ ਹਰੀ ਦੇ ਕਿੰਨੇ ਅਰਥ ਹੁੰਦੇ ਨੇ। ਹਰੀ ਦੇ ਅਰਥ ਵਿਸ਼ਨੂੰ ਵੀ ਹੈ, ਹਿੰਦੂਆਂ ਵਾਲਾ ਵਿਸ਼ਨੂੰ, ਉਹਨੂੰ ਉਹ ਹਰੀ ਕਹਿੰਦੇ ਨੇ। ਹਰੀ ਦੇ ਅਰਥ ਹਰਨ ਕਰਨ ਵਾਲਾ, ਚੋਰੀ ਕਰਨ ਵਾਲਾ, ਚੋਰ ਵੀ ਕਹਿੰਦੇ ਨੇ ਹਰੀ। ਹਰੀ ਦੇ ਅਰਥ ਹਰਾ ਭਰਾ ਕਰਨ ਵਾਲਾ ਵੀ ਬਣਦੇ ਨੇ। ਜਿਹੜਾ ਗੁਰਮਤ ਦਾ ਹਰੀ ਏ, ਗੁਰਮਤ ਦੇ ਵਿੱਚ ਉਸ ਹਰੀ ਨੂੰ ਹਰੀ ਕਿਹਾ ਗਿਆ ਜੋ ਸਰਬ ਵਿਆਪਕ ਇੱਕ ਓੰਕਾਰ ਵਾਹਿਗੁਰੂ ਸਾਰੇ ਥਾਵਾਂ ਤੇ ਵਸਦਾ ਹੈ, ਉਹਨੂੰ ਹਰੀ ਕਿਹਾ ਗਿਆ। ਕਿਸੇ ਦੇਵਤੇ ਨੂੰ, ਹਾਂ ਜੇ ਕਿਤੇ ਵਿਸ਼ਨੂੰ ਦੇਵਤੇ ਦੀ ਗੱਲ ਆਏਗੀ ਉੱਥੇ ਉਹਦਾ ਨਾਂ ਲੋਕ ਹਰੀ ਲੈਂਦੇ ਸੀ, ਗੁਰੂ ਸਾਹਿਬ ਨੇ ਵੀ ਲਿਖ ਦਿੱਤਾ। ਪਰ ਹੁਣ ਨਾ ਕੋਈ ਪੜ੍ਹੇ ਨਾ ਦੱਸੇ, ਹੁਣ ਕਰੇ ਗੱਲ ਕੌਣ, ਖੋਲ ਕੇ ਕਰੇ। ਇੱਥੇ ਮੁੰਡੇ ਮੇਰੇ ਕੋਲ ਬਾਹਰ ਬੈਠੇ ਸੀ ਚਾਹ ਪੀਂਦੇ, ਨੌਜਵਾਨ ਕਹਿੰਦੇ ਵੀ ਉਹੀ ਗੱਲ, ਕਹਿੰਦੇ ਗੁਰੂ ਸਾਹਿਬ ਦਾ ਗੁਰਪੁਰਬ 5 ਜਨਵਰੀ ਨੂੰ ਕਦੀ ਆਉਂਦਾ ਤੇ ਕਦੀ ਦਸੰਬਰ ਨੂੰ ਆ ਜਾਂਦਾ, ਇਹ ਕੀ ਗੱਲ। ਹੁਣ ਇਹ ਗੱਲਾਂ ਸਮਝਣ ਵਾਲੀਆਂ ਨੇ। ਭੋਲਾ ਭਾਲਾ ਆਮ ਬੰਦਾ ਜਿਹੜਾ, ਉਹਦੇ ਕੋਲ ਇੰਨੇ ਸਟੱਡੀ ਕਰਨ ਦਾ ਟਾਈਮ ਨਹੀਂ ਹੁੰਦਾ ਵੀ ਗੱਲ ਕੀ ਹੈ। ਹੁਣ ਪਹਿਲਾਂ ਇਹ ਦੱਸੋ ਵੀ ਜਿੱਦਣ ਗੁਰੂ ਸਾਹਿਬ ਹੋਏ ਸੀ, ਜਿੱਦਣ ਗੁਰੂ ਸਾਹਿਬ ਦਾ ਜਨਮ ਹੋਇਆ ਸੀ, ਪ੍ਰਕਾਸ਼ ਹੋਇਆ ਸੀ, ਸਿੱਖੀ ਚੱਲੀ ਸੀ, ਉਦੋਂ ਪੰਜਾਬ ਦੇ ਵਿੱਚ ਜਨਵਰੀ ਫਰਵਰੀ ਆਈ ਸੀ। ਉਦੋਂ ਜਨਵਰੀ ਫਰਵਰੀ ਤੇ ਆਈ ਹੈ ਨਾ, ਜਦੋਂ ਸਿੱਖ ਰਾਜ ਖਤਮ ਹੋਇਆ।
ਸਿੱਖ ਰਾਜ ਜਦੋਂ ਖਤਮ ਹੋਇਆ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਕਰੀਬਨ ਇਹ ਸਾਧ ਸੰਗਤ ਜੀ 1850 ਦੇ ਕਰੀਬ ਖਤਮ ਹੋਇਆ ਹੈ। ਉਦੋਂ ਬਾਅਦ ਅੰਗਰੇਜ਼ ਆਏ ਤੇ ਅੰਗਰੇਜ਼ਾਂ ਨੇ ਆਪਣਾ ਜਿਹੜਾ ਕੈਲੰਡਰ ਸੀ, ਆਪਣੀ ਜਨਵਰੀ ਫਰਵਰੀ ਲਿਆਂਦੀ। ਹੁਣ ਜਨਵਰੀ ਫਰਵਰੀ ਆਪਣੇ ਹਿਸਾਬ ਨਾਲ ਚੱਲਦੀ ਹੈ। ਜਿਹੜੀਆਂ ਇਥੋਂ ਦੀਆਂ ਡੇਟਾਂ ਮਿਥੀਆਂ ਜਾਂਦੀਆਂ ਨੇ ਉਹ ਬ੍ਰਹਿਮੰਡ ਦੇ ਵਿੱਚ ਚੱਲਦੀ ਚਾਲ ਦੇ ਮੁਤਾਬਕ ਨੇ, ਨਾ ਕਿ ਜਨਵਰੀ ਦੇ ਮੁਤਾਬਕ। ਉਹ ਪੱਕੀ ਮਿਥੀ ਗਈ ਹੈ ਕਿ ਜਿੱਦਣ ਇਹ ਜਿਹੜੀ 7ਵੀਂ ਹੋਣੀ ਹੈ, ਪੋਹ ਸੁਦੀ 7ਵੀਂ, ਉਦਣ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਣਾ ਹੈ। ਤੇ ਪੋਹ ਸੁਦੀ 7ਵੀਂ ਕਦੀ ਆ ਜਾਏਗੀ 5 ਜਨਵਰੀ ਨੂੰ, ਤੇ ਕਦੀ 25 ਦਸੰਬਰ ਨੂੰ ਵੀ ਆ ਸਕਦੀ ਹੈ, ਕਿਉਂਕਿ ਉਹਨਾਂ ਦੇ ਮਹੀਨੇ ਹੋਰ ਨੇ, ਇਹ ਹੋਰ ਨੇ। ਪਰ ਅਸੀਂ ਕਿਹਦੇ ਨਾਲ ਚੱਲਣਾ ਹੈ? ਜਿਹਦੇ ਤੋਂ ਪਿੱਛੋਂ ਇਤਿਹਾਸ ਚੱਲਦਾ ਆ ਰਿਹਾ, ਉਹਦੇ ਨਾਲ ਚੱਲਣਾ ਹੈ ਅਸੀਂ। ਇਹ ਗੱਲ ਪੱਕੀ ਦਿਮਾਗ ਵਿੱਚ ਬਿਠਾ ਲਓ। ਕੋਈ ਬਹੁਤੀ ਔਖੀ ਨਹੀਂ ਵਿਦਿਆ ਹੈ। ਜੇ ਸਮਝਾਉਣ ਵਾਲੇ, ਰੌਲਾ ਪਾਉਣ ਵਾਲੇ ਨਾ ਹੋਣ ਤੇ ਕੋਈ ਬਹੁਤੀ ਵੱਡੀ ਔਖੀ ਵਿਦਿਆ ਨਹੀਂ। ਮੈਂ ਛੋਟੀ ਜਿਹੀ ਉਦਾਹਰਨ ਮੁੰਡੇ ਨੂੰ ਤੁਹਾਨੂੰ ਵੀ ਦੇ ਦਿੰਦਾ। ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਨਾਉਂਦੇ ਆ 13 ਪੋਹ ਦੀ। ਕਦੀ ਨਹੀਂ ਕੋਈ ਮਨਾਉਂਦਾ 11 ਦੀ, 12 ਦੀ, 14 ਦੀ, 13 ਦੀ ਮਨਾਉਂਦੇ ਆ ਨਾ। ਤੇ 13 ਪੋਹ ਨੂੰ ਦਸੰਬਰ ਕਿੰਨਾ ਹੁੰਦਾ ਹੈ? ਕੋਈ ਬੰਦਾ ਕਹਿ ਸਕੇਗਾ ਫਿਕਸ ਕਰਕੇ ਵੀ ਇੰਨਾ ਦਸੰਬਰ ਹੀ ਆਵੇਗਾ 13 ਪੋਹ ਨੂੰ? ਨਹੀਂ, ਕਦੀ 13 ਪੋਹ 25 ਦਸੰਬਰ ਨੂੰ ਆਉਂਦਾ ਹੈ, ਕਦੀ 13 ਪੋਹ 26 ਨੂੰ, ਕਦੀ 27 ਨੂੰ, ਕਦੀ 28 ਨੂੰ। ਇਹਨਾਂ 4 ਡੇਟਾਂ ਵਿੱਚ ਆਉਂਦਾ 13 ਪੋਹ। ਤੇ ਉਹ 25, 26 ਤੇ 27 ਦਸੰਬਰ ਨੂੰ ਸਿੱਖ ਨਹੀਂ ਵਹਿੰਦੇ, ਉਹ 13 ਪੋਹ ਨੂੰ ਵਹਿੰਦੇ ਨੇ। ਜਿੱਦਣ 13 ਪੋਹ ਆਉਣੀ ਹੈ ਉਦਣ ਉਹਨਾਂ ਮਨਾ ਦੇਣਾ। ਉਦਣ ਭਾਵੇਂ 28 ਹੋਵੇ ਤੇ ਭਾਵੇਂ 27 ਤੇ 26, ਉਹਦਾ ਕੋਈ ਫਰਕ ਨਹੀਂ ਪੈਂਦਾ। ਇਸ ਲਈ ਸੌਖੀ ਜੀ ਗੱਲ ਹੈ। ਇਹਨਾਂ ਭੁਲੇਖਿਆਂ ਤੋਂ ਬਚਣ ਵਾਸਤੇ ਸਾਡੇ ਸੰਮਤ ਫਿਰ ਕਹਿਣਗੇ ਜੀ ਇਹ ਤੇ ਹਿੰਦੂਆਂ ਦੇ ਸੰਮਤ ਨੇ, ਫਲਾਣੇ ਸੰਮਤ ਨਹੀਂ। ਇਹਨਾਂ ਹਿੰਦੂਆਂ ਸਮੇਂ ਦਾ ਸੰਬੰਧ ਕਿਸੇ ਕੌਮ ਨਾਲ ਥੋੜੀ ਹੁੰਦਾ। ਇਹ ਤਾਂ ਇੱਕ ਸਾਇੰਟੀਫਿਕ, ਇੱਕ ਗਲੋਬਲ ਜਿਹੜਾ ਬ੍ਰਹਿਮੰਡ ਦੀ ਕਿਰਿਆ ਹੈ ਉਹਦੇ ਨਾਲ ਸੰਬੰਧ ਇਹਦਾ। ਇਹਦਾ ਹਿੰਦੂਆਂ ਨਾਲ ਕੀ ਸੰਬੰਧ ਹੋਇਆ? ਨਾ ਮੁਸਲਮਾਨਾਂ ਨਾਲ ਸੰਬੰਧ ਹੋਇਆ। ਹੁਣ ਸੂਰਜ ਚੜ੍ਹਦਾ ਹੈ ਤੇ ਸੂਰਜ ਡੁੱਬਦਾ ਹੈ। ਉਹ ਸੂਰਜ ਜਿਹੜਾ ਉਹ ਸਾਰੇ ਕੌਮਾਂ ਦਾ, ਭਾਵੇਂ ਕਿਸੇ ਕੌਮ ਦਾ, ਕੋਈ ਕੌਮ ਹੈ ਜਿਹੜੇ ਖੇਤਰ ਵਿੱਚ ਸੂਰਜ ਚੜ੍ਹਦਾ, ਕਿਉਂਕਿ ਹਰ ਇੱਕ ਐਂਗਲ ਤੇ ਹਰ ਇੱਕ ਦੇਸ਼ ਵਿੱਚ ਸੂਰਜ ਅਲੱਗ ਟਾਈਮ ਤੇ ਚੜ੍ਹਦਾ, ਵੱਖਰੇ ਟਾਈਮ ਤੇ ਚੜ੍ਹਦਾ। ਕਈ ਉਹ ਵੀ ਦੇਸ਼ ਨੇ ਦੁਨੀਆ ਦੇ ਵਿੱਚ ਜਿੱਥੇ 6 ਮਹੀਨੇ ਸੂਰਜ ਡੁੱਬਦਾ ਹੀ ਨਹੀਂ, ਚੜ੍ਹੇ ਹੀ ਰਹਿੰਦਾ ਹੈ, ਤੇ 6 ਮਹੀਨੇ ਸੂਰਜ ਚੜ੍ਹਦਾ ਹੀ ਨਹੀਂ, ਡੁੱਬੇ ਹੀ ਰਹਿੰਦਾ। ਉਹ ਵੀ ਦੇਸ਼ ਹਨ। ਤੁਸੀਂ ਆ ਨਾਰਵੇ ਵੱਲ ਚਲੇ ਜਾਓ, ਅੱਗੇ ਯੂਰਪ ਦੇ ਵਿੱਚ ਅੱਗੇ ਰਾਤ ਹੀ, ਸਿਆਲਾਂ ਦੇ ਵਿੱਚ ਰਾਤ ਹੀ ਪਈ ਰਹਿੰਦੀ ਹੈ। ਹੁਣ ਉਹਨਾਂ ਦਾ ਆਪਣਾ ਢੰਗ ਹੈ। ਚਲੋ ਰਹੋ ਵਿਚਾਰ ਜਿਹੜੀ ਬੇਨਤੀ ਕਰ ਰਿਹਾ ਸੀ। ਤਾਂ ਜਿਹੜੇ ਇਹ ਬਾਹਰਲੀਆਂ ਗੱਲਾਂ ਵੀ ਸਾਨੂੰ ਵਿੱਚ ਕਰਨੀਆਂ ਪੈਂਦੀਆਂ। ਜਿਹੜੀਆਂ ਮੇਨ ਮੁੱਦਾ ਵਿਚਲਾ ਕੀ ਹੈ ਕਿ ਗੁਰਮਤ ਦੇ ਅੰਦਰ ਸਿੱਖ ਜਦੋਂ ਬਾਣੀ ਪੜਨ ਲੱਗ ਜਾਏ। ਇਸ ਕਰਕੇ ਸਮਾਗਮ ਤੁਸੀਂ ਬੜੇ ਚਿਰ ਦੇ ਮਨਾ ਰਹੇ ਹੋ, ਬਹੁਤ ਵਧੀਆ, ਕਿਰਪਾ ਗੁਰੂ ਦੀ। ਪਰ ਇੱਕ ਕੰਮ ਜ਼ਰੂਰ ਕਰੋ ਵੀ ਆਪਣੇ ਪਿੰਡ ਦੇ ਵਿੱਚ ਇੱਕ ਪਿੰਡ ਦਾ ਇਕੱਠ ਕਰਕੇ 2 ਕੰਮ ਕਰਨੇ ਬੜੇ ਜ਼ਰੂਰੀ ਨੇ। ਵੇਖੋ, ਹਰ ਇੱਕ ਪਿੰਡ ਦੇ ਵਿੱਚ ਕਿਸੇ ਵਿੱਚ 1000, ਕਿਸੇ ਵਿੱਚ 2000, ਕਿਸੇ ਵਿੱਚ 3000, ਕਿਸੇ 4000 ਬੰਦਾ ਤੇ ਹੁੰਦਾ ਹੀ ਹੈ ਨਾ। ਵੋਟ ਹੁੰਦਾ, ਵੋਟਾਂ ਤੋਂ ਪਤਾ ਲੱਗ ਜਾਂਦਾ। ਮੰਨ ਲਓ, ਚਲੋ ਵੱਡੇ ਬੰਦਿਆਂ ਦੀ ਗੱਲ ਲਾ ਲਓ, ਤੁਸੀਂ ਬੀਬੀਆਂ ਨੂੰ ਛੱਡ ਦਿਓ ਤੇ ਬੱਚਿਆਂ ਨੂੰ ਛੱਡ ਦਿਓ, 1000 1500 ਤੇ ਮਰਦ ਹੁੰਦਾ ਹੀ ਹੈ ਨਾ ਹਰ ਇੱਕ ਪਿੰਡ ਦੇ ਵਿੱਚ। ਇੱਕ ਤਾਂ ਨੰਬਰਵਾਰ ਬੰਦੇ ਗਿਣ ਕੇ ਤੇ ਮਹੀਨੇ ਬਾਅਦ ਪਿੰਡ ਦੇ ਵਿੱਚੋਂ ਗੁਰੂ ਘਰ ਦੇ ਵਿੱਚ ਸਿਕਿਉਰਿਟੀ ਦੀ ਡਿਊਟੀ ਲਾਉਣੀ ਚਾਹੀਦੀ ਹੈ ਵੀ ਅੱਜ ਭਾਈ ਤੁਹਾਡੀ ਵਾਰੀ, ਤੁਸੀਂ ਗੁਰਦੁਆਰੇ ਦਾ 24 ਘੰਟੇ ਪਹਿਰਾ ਦੇਣਾ ਹੈ। ਜੇ ਕੰਮ ਨਾ ਕਰ ਲੈਂਦੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਹੀਂ ਸਨ ਹੋਣੀਆਂ। ਬੇਅਦਬੀਆਂ ਕਿਉਂ ਹੋਈਆਂ? ਮੈਂ ਆਪ ਕਈ ਗੁਰਦੁਆਰਿਆਂ ਦੇ ਵਿੱਚ, ਇਤਿਹਾਸਕ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਗਿਆ। ਸਾਧ ਸੰਗਤ ਜੀ, ਮੈਂ ਮੱਥਾ ਟੇਕ ਕੇ ਆਰਾਮ ਨਾਲ ਪਰਿਕਰਮਾ ਕਰਕੇ ਤੇ ਬਾਹਰ ਆ ਕੇ ਮੈਂ ਬੰਦਾ ਲੱਭਿਆ, ਇੱਕ ਬੰਦਾ ਵੀ ਨਹੀਂ, ਨਾ ਅੰਦਰ ਤੇ ਨਾ ਬਾਹਰ। ਫਿਰ ਜਾ ਕੇ ਕਮਰਾ ਖੜਕਾਇਆ, ਮੈਂ ਕਿਹਾ ਇੱਥੇ ਰਹਿੰਦੇ ਵੀ ਹੈ ਕਿ ਨਹੀਂ ਕੋਈ? ਗੁਰੂ ਸਾਹਿਬ ਦੀ ਸੇਵਾ ਵਿੱਚ ਕੌਣ?
ਕਹਿੰਦੇ ਜੀ ਬੈਠਾ ਤੇ ਉੱਥੇ ਸੀ, ਇੱਧਰ ਮੈਂ ਕੰਮ ਆ ਗਿਆ ਸੀ। ਤੇ ਮੈਂ ਕਿਹਾ ਕੰਮ ਆ ਗਿਆ ਸੀ ਉਹ ਤੇ ਉੱਥੇ ਮੈਂ ਗਿਆ, ਤੇ ਜੇ ਕੋਈ ਮਾੜੀ ਨੀਅਤ ਵਾਲਾ ਹੋਰ ਤੁਰ ਜਾਂਦਾ ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਂਦੀ ਤੇ ਸਾਰੀ ਕੌਮ, ਫਿਰ ਤੁਸੀਂ ਸੰਘਰਸ਼ ਕਰਨਾ ਸੀ ਤੇ ਫਿਰ ਲੜਾਈਆਂ ਹੋਣੀਆਂ ਸਨ ਤੇ ਕੌਮ ਦਾ ਨੁਕਸਾਨ ਹੋਣਾ ਸੀ। ਤੇ ਜੇ ਗੁਰਦੁਆਰਾ ਖੋਲ ਦਿਓ ਤੇ ਸੰਭਾਲ ਕਿਉਂ ਨਹੀਂ ਕਰਦੇ? ਫਿਰ ਉਹ ਕੰਮ ਕਿਉਂ ਨਹੀਂ? ਇਸ ਕਰਕੇ ਇੱਕ ਤਾਂ ਪਹਿਰਾ ਦੇਣਾ ਬਣਦਾ ਪਿੰਡ ਦਾ। ਇਸ ਤਰ੍ਹਾਂ ਨਹੀਂ ਵੀ ਜਿਹਦਾ ਜੀ ਕਰੇ ਆ ਜਾ, ਨਹੀਂ, ਪਿੰਡ ਇਕੱਠਾ ਕਰਕੇ ਬਰਾਦਰੀ ਵਾਰ ਇਹ ਡਿਊਟੀਆਂ ਲਾਈਆਂ ਜਾਣ, ਬੰਦਿਆਂ ਦਾ ਨਾਮ ਲਿਖ ਕੇ ਕਿ ਵੀ ਆਹ 5 ਬੰਦੇ ਇਸ ਦਿਨ ਤੇ ਰਾਤ ਗੁਰਦੁਆਰੇ ਦਾ ਪਹਿਰਾ ਦੇਣਗੇ, ਇਹਨਾਂ ਦੀ ਜ਼ਿੰਮੇਵਾਰੀ ਹੈ। ਜੇ ਉੱਥੇ ਕੋਈ ਘਟਨਾ ਵਾਪਰਦੀ ਕੱਲ ਨੂੰ, ਉਹ ਰਜਿਸਟਰ ਦੱਸੇਗਾ ਵੀ ਆਹ ਬੰਦੇ ਸਨ, ਉੱਥੇ ਆਪੇ ਡਿਊਟੀ ਦੇਣਗੇ। ਨਾਲੇ ਗੁਰੂ ਸਾਹਿਬ ਦੀ ਸੇਵਾ ਹੈ, ਬੜੇ ਉਤਸ਼ਾਹ ਨਾਲ ਕਈਆਂ ਪਿੰਡਾਂ ਨੇ ਕੀਤਾ ਇਸ ਤਰ੍ਹਾਂ। ਤੇ ਦੂਜਾ ਇੱਕ ਕੰਮ ਹੈ ਵੀ ਭਾਵੇਂ ਕੋਈ ਕਰਨਾ ਚਾਹੇ ਤੇ ਭਾਵੇਂ ਨਾ ਕਰਨਾ ਚਾਹੇ, ਇੱਕ ਕੰਮ ਸਿੱਖਾਂ ਦੇ ਵਿੱਚ, ਪੰਜਾਬ ਦੇ ਵਿੱਚ ਪੱਕਾ ਹੋਣਾ ਚਾਹੀਦਾ ਹੈ ਕਿ ਜਪਜੀ ਸਾਹਿਬ ਦੀ ਸੰਥਿਆ ਇਹ ਕਰਨੀ ਹਰ ਇੱਕ ਸਿੱਖ ਲਈ ਜ਼ਰੂਰੀ ਹੈ। ਕੱਲੇ ਜਪਜੀ ਸਾਹਿਬ ਦੀ, ਮੈਂ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਦੀ ਨਹੀਂ ਕਰ ਰਿਹਾ, ਉਹ ਤੇ ਆਪਣਾ ਸ਼ੌਂਕ ਹੈ, ਤੁਸੀਂ ਕਰੋ, ਬੜੀ ਚੰਗੀ ਗੱਲ ਹੈ। ਜਪਜੀ ਸਾਹਿਬ ਦੀ ਸੰਥਿਆ ਕਰਨੀ ਤੇ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ, ਇਹ ਬੜਾ ਜ਼ਰੂਰੀ ਹੈ। ਮੈਂ ਰਹਿਤ ਮਰਿਆਦਾ ਦੀ ਗੱਲ ਨਹੀਂ ਕਰ ਰਿਹਾ, ਰਹਿਤ ਮਰਿਆਦਾ 'ਚ 5 ਬਾਣੀਆਂ ਨੇ। ਮੈਂ ਵੈਸੇ ਇੱਕ ਸਰਸਰੀ ਗੱਲ ਕਰ ਰਿਹਾ ਵੀ ਇਹ ਤਾਂ ਇੱਕ ਛੋਟਾ ਜਿਹਾ ਕੰਮ ਹੈ ਤੇ 20 ਮਿੰਟ ਜਾਂ 25 ਮਿੰਟ ਦਾ ਰੋਜ਼ ਦਾ ਕੰਮ ਹੈ, ਹਰ ਇੱਕ ਬੰਦਾ ਕਰ ਹੀ ਸਕਦਾ ਹੈ ਨਾ। ਇਹ ਕਰਨਾ ਸ਼ੁਰੂ ਕਰ ਦਿਓ, ਸਾਲ ਬਾਅਦ ਤੁਹਾਨੂੰ ਬਾਣੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਗੀ, ਤੁਹਾਡੇ ਵਿਚਾਰ ਬਦਲਣੇ ਸ਼ੁਰੂ ਹੋ ਜਾਣਗੇ। ਬਾਣੀ ਵਿੱਚ ਸ਼ਕਤੀ ਹੈ। ਅਸੀਂ ਤੁਹਾਨੂੰ ਕਿੰਨੇ ਸਮਾਗਮਾਂ ਵਿੱਚ ਆਏ ਸਮਾਗਮ ਸਮਝਾਉਂਦੇ ਆ, ਕੇਸ ਰੱਖੋ, ਅੰਮ੍ਰਿਤ ਛਕੋ, ਆਹ ਕਰੋ, ਕਿੰਨਿਆਂ ਕੁ ਦੇ ਅਸਰ ਹੁੰਦਾ। ਚਲੋ ਕਿਸੇ ਤੇ ਹੋ ਵੀ ਜਾਂਦਾ, ਮੈਂ ਨਹੀਂ ਕਹਿੰਦਾ ਵੀ ਨਹੀਂ ਹੁੰਦਾ। ਇਹ ਇੱਕ ਅਲੱਗ ਪ੍ਰਚਾਰ ਦਾ ਤਰੀਕਾ ਹੈ ਸਮਾਗਮ ਕਰਨਾ, ਇਹ ਵੀ ਇੱਕ ਤਰੀਕਾ ਹੈ। ਪਰ ਇੱਕ ਤਰੀਕਾ ਹੈ ਜਿਹੜੀ ਖੁਰਾਕ ਤੁਹਾਨੂੰ ਰੋਜ਼ ਮਿਲੇ। ਇਹ ਸਮਾਗਮ ਤੇ ਸਾਲ ਬਾਅਦ ਹੋਣਾ। ਦੱਸੋ, ਇੱਕ ਬੰਦੇ ਨੂੰ ਇੱਕ ਦਿਨ ਬਦਾਮਾਂ ਦਾ ਢੇਰ ਲਾ ਕੇ ਅੱਗੇ ਰੱਖ ਦਿਓ ਵੀ ਲੈ ਰੱਜ ਕੇ ਖਾ ਲੈ, ਇੱਕ ਦਿਨ ਤੇ ਉਹਨੂੰ ਬਦਾਮਾਂ ਦਾ ਢੇਰ ਅੱਗੇ ਲਾ ਕੇ ਰੱਖ ਦਿਓ ਤੇ ਤੀਜੇ ਦਿਨ ਉਹਨੂੰ ਰੋਟੀ ਵੀ ਨਾ ਮਿਲੇ, ਤੇ ਦੱਸੋ ਉਹਦੀ ਸਿਹਤ ਕਿਵੇਂ ਠੀਕ ਰਹੇਗੀ? ਖਰਾਬ ਹੋ ਜਾਣੀ ਨਾ ਸਿਹਤ ਉਹਦੀ। ਆ ਜਿਹੜਾ ਸਮਾਗਮ ਹੁੰਦਾ ਤੇ ਬਦਾਮਾਂ ਦੇ ਢੇਰ ਵਾਲੀ ਗੱਲ ਹੈ ਵੀ ਚਲੋ ਇੱਕ ਵਾਰੀ, ਚਲੋ ਖੁੱਲੀਆਂ ਵਿਚਾਰਾਂ, ਬੜਾ ਅਸਰ ਪੈਂਦਾ। ਕੋਈ ਬੁਲਾਰਾ ਆਉਂਦਾ, ਕੋਈ ਕੀਰਤਨੀਆ ਆਉਂਦਾ, ਕੋਈ ਵਿਚਾਰ ਨਵੀਂ ਸੁਣਦਾ। ਕਈ ਵਾਰੀ ਕੋਈ ਵਿਚਾਰ ਟੱਚ ਕਰ ਜਾਂਦੀ ਮਨ ਨੂੰ, ਬੰਦਾ ਬਦਲ ਸਕਦਾ, ਕੋਈ ਵੱਡੀ ਗੱਲ ਨਹੀਂ। ਸਮਾਗਮਾਂ 'ਚ ਬੜੇ ਬੰਦੇ ਬਦਲਦੇ ਨੇ, ਪਰ ਇਹ ਹੈ ਸਾਧ ਸੰਗਤ ਜੀ ਇੱਕ ਇੰਪ੍ਰੈਸ਼ਰ, ਇੱਕਦਮ ਅਸਰ ਪਾਉਣ ਵਾਲੀ ਗੱਲ। ਇਹ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਇੱਕਦਮ ਮੀਂਹ ਪੈਂਦਾ ਨਾ, ਝੋਨਾ ਲਾਉਣ ਵਾਲੇ ਦਿਨਾਂ ਵਿੱਚ ਜੇ ਕਿਤੇ ਮੌਕੇ ਤੇ ਮੀਂਹ ਪੈ ਜਾ ਤੇ ਸਾਰੇ ਜਣੇ ਆਪੋ ਆਪਣੀਆਂ ਵੱਟਾਂ ਤਗੜੀਆਂ ਕਰਕੇ ਤੇ 2 ਦਿਨ ਚੰਗਾ ਟਰੈਕਟਰ ਵਾਹ ਕੇ ਤੇ ਝੋਨਾ ਲਾ ਲੈਂਦੇ, ਮੀਂਹ ਦਾ ਫਾਇਦਾ ਠਾ ਲਿਆ। ਪਰ 2 ਦਿਨਾਂ ਬਾਅਦ ਮੀਂਹ ਹੋ ਗਿਆ ਬੰਦ ਤੇ ਝੋਨਾ ਲੱਗ ਗਿਆ ਸੀ ਮੀਂਹ ਦੇ ਪਾਣੀ ਨਾਲ। ਹੁਣ ਦੱਸੋ ਕਿਹੜੀ ਚੀਜ਼ ਚਾਹੀਦੀ ਉਹਨੂੰ? ਹੁਣ ਉਹਨੂੰ ਆਪਣਾ ਟਿਊਬਵੈੱਲ ਚਾਹੀਦਾ, ਹੁਣ ਉਹਨੂੰ ਆਪਣੀ ਮੋਟਰ ਚਾਹੀਦੀ ਹੈ, ਤਾਂ ਉਹਨੇ ਝੋਨੇ ਨੇ ਪੱਕਣਾ ਹੈ। ਸਮਾਗਮ ਤੇ ਇੱਕ ਮੋਹਲੇ ਧਾਰ ਬਾਰਿਸ਼ ਹੈ, ਪਰ ਆਪਣਾ ਟਿਊਬਵੈੱਲ ਲਾਓ। ਆਪਣੇ ਟਿਊਬਵੈੱਲ ਦਾ ਮਤਲਬ ਕੀ ਹੈ? ਆਪਣੇ ਬੈੱਡ ਤੇ ਬਹਿ ਕੇ ਬਾਣੀ ਪੜ੍ਹਨ ਦੀ ਜਾਚ ਸਿੱਖੋ, ਆਪਣਾ ਨਿਤਨੇਮ ਆਪ ਬਣਾਓ ਰੋਜ਼। ਨਹੀਂ ਤੇ ਮੈਂ ਇਹ ਤੇ ਨਹੀਂ ਕਹਿਣਾ ਵੀ ਇਸ ਸਮਾਗਮ ਨੇ ਕੁਝ ਨਹੀਂ ਜੇ ਕਰਨਾ, ਪਰ ਉਹ ਉਹਨਾਂ ਕੰਮ ਨਹੀਂ ਕਰਨਾ ਜਿਹਦੇ ਵਾਸਤੇ ਸਮਾਗਮ ਵਾਸਤੇ ਇੰਨੀ ਮਿਹਨਤ ਕੀਤੀ ਜਾਂਦੀ। ਮੈਂ ਜ਼ਿਆਦਾ ਨਹੀਂ ਕਹਿੰਦਾ, ਰੋਜ਼ ਇੱਕ ਜਪਜੀ ਸਾਹਿਬ ਪੜ੍ਹ ਕੇ ਵੇਖ ਲਓ, ਅਗਲੇ ਸਾਲ ਤੁਹਾਡਾ ਰੰਗ ਬਦਲਿਆ ਹੋਵੇਗਾ, ਤੁਹਾਡੀਆਂ ਅੱਖਾਂ ਬਦਲ ਜਾਣਗੀਆਂ, ਤੁਹਾਡਾ ਇੱਕ ਇੱਕ ਰੋਮ ਬਦਲ ਜਾਏਗਾ। ਬਾਣੀ ਚੇਂਜ ਕਰਦੀ, ਬਦਲਦੀ, ਤਬਦੀਲ ਕਰਦੀ ਬੰਦੇ ਨੂੰ। ਅਜੇ ਮੈਂ ਪੜ੍ਹਨ ਦੀ ਗੱਲ ਕਰ ਰਿਹਾ ਇਕੱਲੀ, ਮੈਂ ਵਿਚਾਰਨ ਦੀ ਅਜੇ ਗੱਲ ਨਹੀਂ ਕਰ ਰਿਹਾ। ਜਦੋਂ ਵਿਚਾਰ ਕਰੋਗੇ ਫਿਰ ਹੋਰ ਸੱਟ ਮਾਰੇਗੀ ਬਾਣੀ। ਵਿਚਾਰ ਅਗਲੀ ਚੀਜ਼ ਹੈ। ਕਈ ਇਹਨਾਂ ਗੱਲਾਂ ਦੇ ਉੱਤੇ ਵੀ ਕੌਮ ਨੂੰ ਭਟਕਾ ਰਹੇ ਨੇ ਵੀ ਜੇ ਤੁਹਾਨੂੰ ਅਰਥ ਨਾ ਆਏ
ਤੇ ਫਿਰ ਪੜਨ ਦਾ ਕੋਈ ਫਾਇਦਾ ਨਹੀਂ। ਇਹ ਬੜੀ ਵੱਡੀ ਗਲਤੀ ਹੈ। ਵਿਚਾਰ ਜ਼ਰੂਰ ਕਰੋ, ਵਿਚਾਰ ਚੰਗੀ ਤਾਂ ਹੈ। ਮੈਂ ਤੁਹਾਨੂੰ ਪੁੱਛਣਾ ਵੀ ਬੰਦੇ ਨੂੰ ਬੁਖਾਰ ਚੜ ਜਾਏ ਤੇ ਜਿਹੜੀ ਗੋਲੀ ਡਾਕਟਰ ਦਿੰਦਾ, ਪਹਿਲਾਂ ਅਸੀਂ ਉਹਨੂੰ ਪੁੱਛਦੇ ਹਾਂ ਵੀ ਕਾਹਦੀ ਬਣੀ? ਨਹੀਂ, ਉਹ ਕਹਿੰਦਾ ਗੋਲੀ ਲੈ ਜਾ ਤੇ ਖਾ ਲੈ। ਚੁੱਕ ਕੇ ਬੰਦਾ ਮੂੰਹ ਵਿੱਚ ਪਾਉਂਦਾ, ਪਤਾ ਨਹੀਂ ਕਿਹੜੇ ਉਹਦੇ ਵਿੱਚ ਚੀਜ਼ਾਂ ਪਈਆਂ ਸਨ, ਪਰ ਬੁਖਾਰ ਤਾਂ ਲਾ ਦਿੰਦੀ ਹੈ ਨਾ ਗੋਲੀ, ਦਵਾਈ। ਇਸ ਤਰ੍ਹਾਂ ਬਾਣੀ ਦੀ ਵਿਚਾਰ ਬਾਅਦ ਵਿੱਚ ਹੋ ਜਾਏਗੀ, ਪਹਿਲਾਂ ਪੜ੍ਹੋ। ਇੱਥੋਂ ਤੱਕ ਵੀ ਵਰਤਿਆ, ਕਈਆਂ ਨੇ ਬਾਣੀ ਪੜ੍ਹੀ ਏ ਤੇ ਬਾਣੀ ਜ਼ਿਆਦਾ ਚਿਰ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਵਿੱਚੋਂ ਅਰਥ ਆਪਣੇ ਆਪ ਫੁਰਨੇ ਸ਼ੁਰੂ ਹੋ ਗਏ, ਆਪਣੇ ਆਪ। ਕਿਉਂਕਿ ਬਾਣੀ ਕੋਈ ਅਖਬਾਰ ਨਹੀਂ ਤੇ ਬਾਣੀ ਕੋਈ ਕਵਿਤਾ ਨਹੀਂ, ਬਾਣੀ ਆਪਣਾ ਅਸਰ ਪਾਉਂਦੀ, ਕਿਉਂਕਿ ਬਾਣੀ ਗੁਰੂ ਹੈ। ਤੇ ਜਦੋਂ ਤੁਸੀਂ ਗੁਰੂ ਸਮਝ ਕੇ ਪੜ੍ਹਦੇ ਹੋ ਤੇ ਗੁਰੂ ਫਿਰ ਉਸ ਪੜ੍ਹਨ ਵਾਲੇ ਉੱਤੇ ਆਪਣੀ ਕਲਾ ਵਰਤਾਉਂਦਾ ਬਾਣੀ ਦੇ ਰੂਪ ਦੇ ਵਿੱਚ। ਇਹ ਉਦੋਂ ਕੰਮ ਹੁੰਦਾ। ਪਰ ਜੇ ਗੁਰੂ ਸਮਝ ਕੇ ਪੜਾਂਗੇ ਤਾਂ ਹੈ, ਜੇ ਵਿਦਿਆ ਪੜ੍ਹ ਸਮਝ ਕੇ ਪੜ੍ਹੀ ਤੇ ਫਿਰ ਪੱਲੇ ਕੁਝ ਨਹੀਂ ਪੈਣਾ। ਇਸ ਲਈ ਕਿਸੇ ਮਹਾਂਪੁਰਸ਼ ਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਦੇ ਗੁਰੂ ਨੇ, ਜੋ ਕੁਝ ਇਹਨਾਂ ਨੂੰ ਕੋਈ ਸਮਝਦਾ ਹੈ ਉਹ ਉਸ ਰੂਪ ਵਿੱਚ ਹੀ ਉਹਨੂੰ ਨਜ਼ਰ ਆਉਂਦੇ ਨੇ, ਉਹਦੇ ਤੋਂ ਵੱਧ ਨਜ਼ਰ ਨਹੀਂ ਆਉਂਦੇ। ਜੇ ਕੋਈ ਕਵੇ ਨਾ ਇਹ ਤੇ ਇੱਕ ਫਿਲਾਸਫੀ ਹੈ, ਫਿਲਾਸਫਰ ਪੜ੍ਹੇ, ਉਹਨੂੰ ਫਿਲਾਸਫੀ ਤੋਂ ਵੱਧ ਕੁਝ ਨਹੀਂ ਹਾਸਲ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਬਸ ਗੱਲਾਂ ਹੀ ਉਹਨੂੰ ਪਤਾ ਲੱਗਦੀਆਂ ਵੀ ਆਹ ਗੱਲਾਂ ਨੇ, ਫਲਾਣੀਆਂ ਗੱਲਾਂ। ਤੇ ਜੇ ਕੋਈ ਸਿਰਫ ਸੇਵਾਦਾਰ ਬਣ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵੀ ਕਰੇ, ਅਦਬ ਵੀ ਕਰੇ, ਉਹਦਾ ਵੀ ਇੱਕ ਫਲ ਅਲੱਗ ਹੈ। ਪੜ੍ਹਨਾ ਤੇ ਸੁਣਨਾ ਤੇ ਵਿਚਾਰਨਾ ਤੇ ਅਗਲੀ ਗੱਲ ਹੈ, ਉਹ ਤੇ ਬੜੀ ਵੱਡੀ ਗੱਲ ਹੈ। ਪਰ ਤੁਸੀਂ ਕੱਲੀ ਸੇਵਾ ਵੀ ਕਰੋ ਗੁਰੂ ਗ੍ਰੰਥ ਸਾਹਿਬ ਦੀ, ਬੜੀ ਵੱਡੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ, ਹਜ਼ੂਰੀ ਸੇਵਾ ਜੀ। ਕਈ ਗ੍ਰੰਥੀ ਸਿੰਘ ਨਾ, ਹੁਣ ਗ੍ਰੰਥੀ ਸਿੰਘ ਇੱਕ ਪੋਸਟ ਇਸ ਤਰ੍ਹਾਂ ਦੀ ਆਮ ਜੀ ਹੋ ਗਈ ਏ। ਕਿਉਂ? ਜਿਹੜੀ ਚੀਜ਼ ਨੂੰ ਅਸੀਂ ਲੋੜ ਤੋਂ ਵੱਧ ਕਰ ਦਈਏ, ਉਹਦਾ ਸਾਧ ਸੰਗਤ ਜੀ ਮੁੱਲ ਘਟ ਜਾਂਦਾ ਸਮਾਜ ਦੇ ਵਿੱਚ। ਹੁਣ ਗੁਰਦੁਆਰੇ ਜ਼ਿਆਦੇ ਬਣ ਗਏ, ਫਿਰ ਗ੍ਰੰਥੀ ਸਿੰਘ ਪਹਿਲਾਂ ਤੇ ਆਉਂਦੇ ਸੀ ਪੜ੍ਹ ਕੇ ਟਕਸਾਲਾਂ ਵਿੱਚੋਂ, 10-10 ਸਾਲ ਲਾ ਕੇ ਆਉਂਦੇ ਸੀ, ਕੁਝ ਪੜ੍ਹ ਸਿੱਖ ਕੇ ਆਉਂਦੇ ਸੀ, ਜਾਂ ਵਿਦਿਆਲਿਆਂ ਵਿੱਚੋਂ ਕਿਤੇੋਂ ਵੀ ਪੜ੍ਹ ਲਓ, ਪੜ੍ਹ ਕੇ ਆਉਂਦੇ ਸੀ। ਫਿਰ ਉਦੋਂ ਸਮਾਜ ਹੋਰ ਤਰ੍ਹਾਂ ਦਾ ਸੀ, ਉਦੋਂ ਬੰਦੇ ਦੇ ਜੀਵਨ ਦੀਆਂ ਲੋੜਾਂ ਘੱਟ ਸਨ। ਜੋ ਆਉਂਦਾ ਸੀ ਉਹਦੇ ਨਾਲ ਗ੍ਰੰਥੀ ਸਿੰਘ ਗੁਜ਼ਾਰਾ ਕਰ ਲੈਂਦਾ ਸੀ, ਜੀਵਨ ਸਾਦੇ ਸਨ। ਪਰ ਅੱਜ ਜੀਵਨ ਇਹਨਾਂ 20-30-25 ਸਾਲਾਂ ਦੇ ਵਿੱਚ ਤੁਸੀਂ ਆਪ ਹੀ ਸਿਆਣੇ ਹੋ, ਵੇਖ ਲਓ ਵੀ ਕਿੰਨੀ ਇੱਕਦਮ ਬਦਲੀ ਆਈ ਹੈ ਸਮਾਜ ਦੇ ਵਿੱਚ। ਵੀ ਜਿੱਥੇ ਇੱਕ ਚੀਜ਼ ਚਾਹੀਦੀ ਸੀ ਇੱਕ ਬੰਦੇ ਨੂੰ, 20 ਚੀਜ਼ਾਂ ਉਹਨੂੰ ਚਾਹੀਦੀਆਂ ਨੇ। ਹੁਣ ਸਮਾਜ ਦੇ ਮੁਤਾਬਕ ਉਹਨੂੰ ਭੱਜਣਾ ਪੈਂਦਾ, ਜੇ ਕੋਈ ਨਾ ਵੀ ਭੱਜੇ ਤਾਂ ਵੀ ਭੱਜਣਾ ਪੈਂਦਾ ਉਹਨੂੰ। ਹੁਣ ਅੱਜ ਕੌਮ ਡਾਊਨ ਕਿਉਂ ਗਈ ਏ? ਮੈਨੂੰ ਗੱਲ ਬਹੁਤ ਲੱਗੀ ਜਿਹੜੀ ਭਾਈ ਸਾਹਿਬ ਨੇ ਕਹੀ ਸਟੇਜ ਤੋਂ, ਵੀ ਇੱਕ ਬੰਦਾ ਤੇ ਉੱਠ ਕੇ ਜਾਓ, 5 ਪਿਆਰੇ ਬੈਠੇ ਨੇ। ਇਹ ਕੰਮ ਕਿਉਂ ਹੋਇਆ? ਇਹ ਕੰਮ ਤਾਂ ਹੋਇਆ ਕਿ ਕੌਮ, ਸੰਸਾਰ ਦਾ ਜਿਹੜਾ ਪਦਾਰਥਕ ਰਹਿਣ ਸਹਿਣ ਹੈ ਉਹ ਇੱਕਦਮ ਪਲਟ ਗਿਆ। ਬੰਦੇ ਦੀਆਂ ਲੋੜਾਂ ਬਹੁਤੀਆਂ ਵੱਧ ਗਈਆਂ ਨੇ। ਤੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਵੀ ਤੇ ਸਾਡੇ ਵਿੱਚੋਂ ਬੰਦੇ ਹੀ ਨੇ ਨਾ। ਉਹ ਇੱਕ ਗ੍ਰੰਥੀ ਸਿੰਘ ਨੇ, ਲੋੜਾਂ ਤੇ ਉਹਨਾਂ ਦੀਆਂ ਵੀ ਸਾਡੇ ਵੱਲ ਹੀ ਨੇ। ਜਦੋਂ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਦੀਆਂ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਤੇ ਜਿਹੜੇ ਬੰਦੇ, ਆਮ ਬੰਦਾ ਤੁਸੀਂ ਵੇਖੋ, ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਵੀ ਕਿਹੜੀ ਫਸਲ ਤੁਸੀਂ ਜ਼ਿਆਦਾ ਬੀਜਦੇ ਹੋ, ਤੁਸੀਂ ਪਿੰਡਾਂ ਵਿੱਚ ਰਹਿੰਦੇ ਹੋ। ਜਿਸ ਫਸਲ ਦਾ ਰੇਟ ਜ਼ਿਆਦਾ ਹੋਵੇ ਤੇ ਮੰਡੀਕਰਨ ਚੰਗਾ ਹੋਵੇ, ਟਾਈਮ ਤੇ ਵਿਕ ਜਾਏ ਤੇ 4 ਪੈਸੇ ਚੰਗੇ ਦੇ ਜਾਏ, ਉਹਨੂੰ ਬੰਦਾ ਜ਼ਿਆਦਾ ਬੀਜਦਾ ਹੈ, ਉਹਦੇ ਵਾਸਤੇ ਜ਼ਿਆਦਾ ਮਿਹਨਤ ਕਰਦਾ ਹੈ। ਹੁਣ ਅੱਜ ਸਾਰੇ ਕਹਿੰਦੇ ਤੇ ਹਨ ਵੀ ਸਿੱਖੀ ਦੀ ਚੜ੍ਹਦੀ ਕਲਾ ਹੋਵੇ, ਪਰ ਦੱਸੋ ਕੋਈ ਬੰਦਾ ਚਾਹੁੰਦਾ ਮੇਰਾ ਮੁੰਡਾ ਗ੍ਰੰਥੀ ਬਣ ਜਾਏ? ਗ੍ਰੰਥੀਆਂ ਨੂੰ ਵੀ ਪੁੱਛ ਲਓ, ਉਹ ਵੀ ਨਹੀਂ ਕਹਿੰਦੇ ਸਾਡਾ ਮੁੰਡਾ ਗ੍ਰੰਥੀ ਬਣੇ। ਕਿਉਂ?
ਉਹਦਾ ਕਾਰਨ ਹੈ ਕਿ ਗ੍ਰੰਥੀਆਂ ਨੂੰ ਮਿਲਣ ਵਾਲੀ ਸਹੂਲਤ ਬਹੁਤ ਡਾਊਨ ਕਰ ਦਿੱਤੀ ਗਈ ਹੈ। ਉਹ ਇੱਕ ਆਰਜੀ ਕਿੱਤਾ ਬਣਾ ਦਿੱਤਾ ਗਿਆ ਹੈ। ਗ੍ਰੰਥੀ ਨੂੰ ਇਹੀ ਨਹੀਂ ਪਤਾ ਵੀ ਰਾਤ ਨੂੰ ਮੰਜੀ ਤੇ ਸੁੱਤਾ ਤੇ ਸਵੇਰੇ ਪ੍ਰਧਾਨ ਜੀ ਆ ਕੇ ਆਖਣ ਚੁੱਕੋ ਮੰਜੀ ਲੈ ਜਾ ਚੁੱਕ ਕੇ ਬਾਹਰ ਆਪਣੀ ਛੁੱਟੀ ਤੇਰੀ। ਦੱਸੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀ ਕਰੇਗਾ? ਕਿਉਂ? ਪ੍ਰਧਾਨ ਤੇ 2 ਸਾਲਾਂ ਬਾਅਦ ਬਦਲ ਜਾਣਾ। ਉਹ ਪਰਿਵਾਰ ਲੈ ਕੇ ਕਿੱਥੇ ਜਾਏ? ਉਹ ਕਿਹੜੀ ਥਾਂ ਤੇ ਜਾਏ? ਫਿਰ ਇਸ ਚੀਜ਼ ਨੇ ਪ੍ਰਚਾਰ ਨੂੰ ਮਾਰਿਆ। ਪ੍ਰਚਾਰ ਗ੍ਰੰਥੀਆਂ ਨੇ ਕਰਨਾ। ਜਦੋਂ ਕਰਨਾ ਹੈ ਆਹ ਸਮਾਗਮ ਜਿਹੜੇ ਤੁਸੀਂ ਸਾਨੂੰ ਵਿਦਵਾਨ ਕਹਿੰਦੇ ਹੋ, ਚਲੋ ਸਤ ਸ਼ੁਕਰ ਹੈ ਤੁਹਾਡਾ, ਤੁਸੀਂ ਜੋ ਸਤਿਕਾਰ ਦਿੰਦੇ ਹੋ ਅਸੀਂ ਝੋਲੀ ਵਿੱਚ ਪਾਉਂਦੇ ਆ, ਪਰ ਤੁਸੀਂ ਸਾਡੇ ਤੋਂ ਨਾ ਜ਼ਿਆਦਾ ਆਸ ਕਰਿਆ ਜੇ। ਜਿਹੜੀ ਨਿੱਤ ਦੀ ਖੁਰਾਕ ਹੈ ਆਪਣੇ ਪਿੰਡ ਨੂੰ ਨੇਤਰ ਵਾਸਤੇ ਸੰਭਾਲੋ, ਤਾਂ ਸਿੱਖੀ ਸੰਭਾਲੀ ਜਾਣੀ ਹੈ। ਸਾਲ ਬਾਅਦ ਸਮਾਗਮ ਕੀਤਿਆਂ ਇੰਨੀ ਸੰਭਾਲ ਨਹੀਂ ਹੋਣੀ। ਪਿੰਡ ਦਾ ਸੁਧਾਰ ਕਰਨਾ ਚਾਹੀਦਾ। ਆਪੋ ਆਪਣਾ ਪਿੰਡ ਦਾ ਇੱਕ ਸਿਸਟਮ, ਐਜੂਕੇਟ ਗੁਰਦੁਆਰੇ ਦਾ ਚੰਗਾ ਢਾਂਚਾ ਹੋਣਾ ਚਾਹੀਦਾ, ਵਧੀਆ ਗ੍ਰੰਥੀ, ਤੇ ਉਹਨੂੰ ਤੁਸੀਂ ਗਰੰਟੀ ਦਿਓ ਵੀ ਅਸੀਂ ਤੇਰੇ ਸਾਰੇ ਕੰਮ ਦੀ ਸੰਭਾਲ ਕਰਨੇ ਆ। ਹਰ ਇੱਕ ਕੰਮ ਦਾ, ਹਰ ਇੱਕ ਚੀਜ਼ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਸੀਂ ਜ਼ਿੰਮੇਵਾਰ ਹਾਂ ਤੇਰੇ ਬੱਚਿਆਂ ਦੇ ਪੜ੍ਹਾਉਣ ਦੇ। ਅਸੀਂ ਆਪਣੇ ਬੱਚਿਆਂ ਦੇ ਬਰਾਬਰ ਤੇਰੇ ਬੱਚਿਆਂ ਨੂੰ ਪੜ੍ਹਾਵਾਂਗੇ। ਦੱਸੋ ਕਿਵੇਂ? ਆਪੇ ਗ੍ਰੰਥੀ ਸਿੰਘ ਅੱਗੋਂ ਬੱਚੇ ਆਉਣਗੇ ਵਿੱਚ। ਜਦੋਂ ਸਹੂਲਤ ਮਿਲੇਗੀ ਆਪੇ ਅੱਗੋਂ ਲੋਕ ਕਹਿਣਗੇ ਵੀ ਕੋਈ ਗੱਲ ਨਹੀਂ, ਇਸ ਕੰਮ ਵਿੱਚ ਲੱਗ ਜਾਂਦੇ। ਕਿਉਂ? ਸੰਸਾਰਕ ਰਹਿਤ ਬੈਤ ਚਲੋ ਇਹਦੇ ਵਿੱਚ ਚੰਗੀ ਏ ਤੇ ਸਤਿਕਾਰ ਵੀ ਹੈ, ਤਾਂ ਇਹ ਪ੍ਰਚਾਰ ਜਿਹੜਾ ਇਹਦੇ ਵਿੱਚ ਵਾਧਾ ਹੋਣਾ ਹੈ। ਤੇ ਜੇ ਇਹਨਾਂ ਨੂੰ ਅਸੀਂ ਗ੍ਰੰਥੀ ਸਿੰਘਾਂ ਨੂੰ ਉਸ ਨਜ਼ਰ ਦੇ ਨਾਲ ਤੱਕਿਆ ਨਾ, ਮੈਂ ਬੇਨਤੀ ਕਰਾਂ ਤੁਸੀਂ ਦੱਸੋ ਕੋਈ ਬੰਦਾ ਹੈ ਜਿਹੜਾ ਗ੍ਰੰਥੀ ਦੇ ਮੁੰਡੇ ਵੱਲ ਆਪਣੀ ਬੱਚੀ ਦਾ ਰਿਸ਼ਤਾ ਕਰਨ ਨੂੰ ਤਿਆਰ ਹੈ? ਦੱਸੋ ਕੋਈ ਖਲੋ ਕੇ ਕਵੇ? ਗੱਲਾਂ ਹੀ ਨੇ ਕੱਲੀਆਂ। ਉਂਝ ਕਹਿੰਦੇ ਗੁਰੂ ਦਾ ਵਜ਼ੀਰ। ਤੇ ਜਦੋਂ ਉਹਦੇ ਬੱਚਿਆਂ ਦੇ ਰਿਸ਼ਤੇ ਕਰਨ ਦਾ ਉਹਨੂੰ ਫਿਕਰ ਪਿਆ ਰਹਿੰਦਾ ਵੀ ਜਦੋਂ ਅਗਲਾ ਵੇਖਣ ਵਾਸਤੇ ਆਉਂਦਾ ਤੇ ਉਹ ਕਹਿੰਦੇ ਜੀ ਕੀ ਕਰਦੇ ਹੋ ਤੁਸੀਂ? ਕਹਿੰਦੇ ਗ੍ਰੰਥੀ ਲੱਗੇ ਹੋ। ਉਹ ਕਹਿੰਦੇ ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਅਸੀਂ ਚੱਲੇ ਹਾਂ। ਕੌਣ ਲੱਗਣਗੇ ਤੁਹਾਡੇ ਗ੍ਰੰਥੀ? ਤੇ ਕਿਉਂ ਇਹ ਹੁੰਦਾ ਹੈ? ਕਿਉਂਕਿ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਬਹੁਤ ਡਾਊਨ ਕਰ ਦਿੱਤਾ ਗਿਆ ਹੈ। ਆਹ ਈਸਾਈ ਤੁਹਾਡੇ ਪੰਜਾਬ ਵਿੱਚ ਕਿਉਂ ਪੈਰ ਪਸਾਰ ਗਏ ਨੇ? ਉਹ 80 90 ਹਜ਼ਾਰ ਲੱਖ ਰੁਪਈਆ ਤਨਖਾਹ ਦੇ ਰਹੇ ਨੇ ਆਪਣੇ ਜਿਹੜੇ ਉਹਨਾਂ ਦੇ ਪਾਦਰੀ ਨੇ, ਉਹਨਾਂ ਦੇ ਬੱਚੇ ਪੜ੍ਹਾ ਰਹੇ ਨੇ, ਉਹਨਾਂ ਨੂੰ ਕੋਠੀਆਂ ਦੇ ਰਹੇ ਨੇ। ਤੇ ਸਾਡੇ ਵਾਲੇ ਸੁੱਤੇ ਪਏ ਨੇ ਆਪਣੀ। ਸਾਡੇ ਵਾਲਿਆਂ ਨੂੰ ਹੁੰਦਾ ਵੀ ਅਗਲੀ ਵਾਰੀ ਪ੍ਰਧਾਨ ਮੈਂ ਬਣ ਗਿਆ, ਬਸ ਪ੍ਰਧਾਨ ਹੀ ਬਣਨਾ ਹੈ। ਵੀ ਮੇਰੇ ਬੜੇ ਵੱਡੇ ਭਾਗ ਨੇ, ਮੈਨੂੰ ਸ਼੍ਰੋਮਣੀ ਕਮੇਟੀ ਦਾ ਦੂਜੀ ਵਾਰੀ ਪ੍ਰਧਾਨ ਬਣਾ ਦਿੱਤਾ। ਉਹ ਬਈ ਤੂੰ ਇਹ ਤੇਰੀ ਸਟੇਟਮੈਂਟ ਅਖਬਾਰ ਵਿੱਚ ਇਹ ਹੋਣੀ ਚਾਹੀਦੀ ਸੀ ਵੀ ਗੁਰੂ ਰਾਮਦਾਸ ਜੀ ਤੁਸੀਂ ਮੈਨੂੰ ਦੂਜੀ ਵਾਰੀ ਆਪਣਾ ਸੇਵਾਦਾਰ ਬਣਾ ਲਿਆ ਤੇ ਕੰਮ ਬੜਾ ਵੱਡਾ ਹੈ ਤੇ ਮੇਰੇ ਤੇ ਕਿਰਪਾ ਕਰਿਆ ਜੇ ਮੈਂ ਜ਼ਿੰਮੇਵਾਰੀਆਂ ਨਿਭਾਵਾਂ ਸਾਰੀਆਂ ਦੀਆਂ। ਤੇ ਪਾਠੀ ਤੇ ਦੂਜੇ ਦਿਨ ਹੜਤਾਲ ਕਰਕੇ ਬੈਠੇ ਹੁੰਦੇ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਸਾਡਾ ਜਿਹੜੀ ਪਾਠ ਦੀ ਡਿਊਟੀ ਦੀ ਮੋਖ ਹੈ ਉਹਨੂੰ ਵਧਾਓ। ਕਿਉਂ? ਉਹ ਪਾਠੀ ਵਿਚਾਰੇ ਸਾਡੇ ਅੱਗੇ ਕਲਪਦੇ ਨੇ, ਕਹਿੰਦੇ ਸਾਡੇ ਕੱਪੜੇ ਵੇਖੋ, ਸਾਡੇ ਤੋਂ ਸਰਫ ਵੀ ਨਹੀਂ ਮਹਿੰਗਾ ਖਰੀਦਿਆ ਜਾਂਦਾ, ਉਹ ਵੀ ਮੈਲ ਨਾਲ ਤੰਦ ਮੈਲ ਪੈ ਗਈ। ਇਹ ਗੱਲਾਂ ਨੇ ਕੁਝ ਜਿੱਥੋਂ ਸਾਡਾ ਇਹ ਚੀਜ਼ਾਂ ਜਿੰਨਾ ਚਿਰ ਨਾ ਪੜਚੋਲੀਆਂ। ਗੁਰੂ ਸਾਹਿਬ ਨੇ ਸਾਨੂੰ ਬਹੁਤ ਵਧੀਆ ਚੀਜ਼ ਦਿੱਤੀ ਸੀ। ਜਿਹੜਾ ਗੁਰੂ ਸਾਹਿਬ ਨੇ ਪਿੰਡ ਵਿੱਚ ਗੁਰਦੁਆਰਾ ਬਣਾਇਆ ਸੀ, ਜਿਹੜਾ ਸਿਸਟਮ ਥਾਂ ਥਾਂ ਤੇ ਚਰਨ ਪਾ ਕੇ ਗੁਰੂ ਘਰ ਬਣਾਉਣ ਦਾ ਮਤਲਬ ਸੀ ਸਿੱਖੀ ਦੇ ਕੇਂਦਰ ਸਾਰੇ ਥਾਂ ਤੇ ਖੁੱਲ ਜਾਣ ਤੇ ਉਸ ਆਲੇ ਦੁਆਲੇ ਦਾ ਸਾਰਾ ਗੁਰਸਿੱਖ ਉੱਥੇ ਗੁਰਬਾਣੀ ਦੀ ਔਰ ਸਾਰੀ ਪ੍ਰਕਾਰ ਦੀ ਸਿੱਖਿਆ ਉਹਨੂੰ ਪ੍ਰਾਪਤ ਹੋ, ਉਹ ਮਿਲੇ। ਇਸ ਲਈ ਇਹ ਗੱਲਾਂ ਜ਼ਰੂਰੀ ਕਰਨੀਆਂ ਬਣਦੀਆਂ ਨੇ। ਮੈਂ ਵੀ ਤੁਹਾਨੂੰ ਸਾਖੀਆਂ ਮੈਨੂੰ ਹੋਰ ਆਉਂਦੀਆਂ ਬਥੇਰੀਆਂ, ਮੈਂ ਬੜੇ ਸਾਲਾਂ ਦਾ ਇਸ ਕੰਮ ਵਿੱਚ ਪਿਆ, ਉਹ ਸੁਣਾ ਕੇ ਮੈਂ ਜਾ ਸਕਦਾ ਸੀ, ਤੁਸੀਂ ਖੁਸ਼ ਵੀ ਬੜੇ ਹੋ ਜਾਂਦੇ ਵੀ ਚਲੋ ਆਹ ਸੁਣਾਤੀ। ਪਰ ਬਾਬਾ ਨਾਨਕ ਆਹ ਕੁਝ ਕਹਿੰਦਾ ਸੀ ਜੋ ਕੁਝ ਮੈਂ ਤੁਹਾਨੂੰ ਕਹਿ ਰਿਹਾ, ਇਹ ਜ਼ਿੰਮੇਵਾਰੀਆਂ ਸੀ, ਇਹ ਕਰਨਾ ਪਏਗਾ ਤੇ ਤਾਂ ਕੁਝ ਕੌਮ ਪੰਜਾਬ ਦੀ ਹਾਲਾਤ ਹੋ ਜਾਏ। ਨਹੀਂ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਤੁਸੀਂ ਵੇਖੋ, ਤੁਸੀਂ ਡੱਕ ਨਹੀਂ ਰੋਕ ਨਹੀਂ ਸਕਦੇ ਕਿਸੇ ਨੂੰ ਵੀ ਤੂੰ ਆਪਣੇ ਧਰਮ ਦਾ ਪ੍ਰਚਾਰ ਨਾ ਕਰ। ਈਸਾਈਆਂ ਨੂੰ ਤੁਸੀਂ ਜਿਹੜੀ
ਲਾ ਦੇ ਤੌਰ ਤੇ, ਕਾਨੂੰਨ ਦੇ ਤੌਰ ਤੇ ਤੁਸੀਂ ਕਿਸੇ ਧਰਮ ਦਾ ਪ੍ਰਚਾਰ ਨਹੀਂ ਰੋਕ ਸਕਦੇ। ਇੱਥੇ ਸਾਰੇ ਥਾਵਾਂ ਤੇ ਸਾਰੀ ਦੁਨੀਆ ਵਿੱਚ ਸਾਰੇ ਧਰਮ ਪ੍ਰਚਾਰ ਕਰ ਸਕਦੇ ਨੇ, ਪਰ ਤੁਸੀਂ ਇਹ ਪੇਸ਼ ਕਰਨਾ ਤੁਹਾਡਾ ਧਰਮ ਕਿਵੇਂ ਦਾ, ਲੋਕ ਤੁਹਾਡੇ ਤੋਂ ਪ੍ਰਭਾਵਿਤ ਕਿਵੇਂ ਹੁੰਦੇ ਨੇ। ਤਾਂ ਗੁਰੂ ਸਾਹਿਬ ਨੇ ਇਹ ਸਾਨੂੰ ਉਸ ਵਕਤ 4 ਉਦਾਸੀਆਂ ਕਰਕੇ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ 4 ਉਦਾਸੀਆਂ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ। ਤੇ ਉਹਦੇ ਵਿੱਚ ਜਿਹੜਾ ਅਕਾਲ ਪੁਰਖ ਵੱਲੋਂ ਸੰਦੇਸ਼ ਮਿਲਿਆ ਸੀ, ਉਹ ਸੰਦੇਸ਼ ਕਿ ਐਡਾ ਕੀਮਤੀ ਮਨੁੱਖਾ ਜੀਵਨ ਜੋ ਸਫਲ ਕਰਨ ਵਾਸਤੇ ਪ੍ਰਾਪਤ ਹੋਇਆ, ਸਭ ਕਿ ਇਹ ਜੀਵਨ ਇੱਕ ਸਫਲਤਾ ਵੱਲ ਵਧੇ, ਸਿਮਰਨ ਕਰਕੇ ਸੁਰਤ ਸ਼ਬਦ ਦੇ ਅਭਿਆਸ, ਧਰਮ ਦੀ ਕਿਰਤ ਤੇ ਚੰਗਾ ਸਮਾਜ ਪੈਦਾ ਕਰ ਸਕੇ ਤੇ ਰੂਹਾਨੀਅਤ ਪੈਦਾ ਹੋਵੇ ਇਹਦੇ ਅੰਦਰ। ਅੰਮ੍ਰਿਤ ਵੇਲਾ ਬਖਸ਼ਿਆ ਗੁਰੂ ਸਾਹਿਬ ਨੇ। ਗੁਰੂ ਸਾਹਿਬ ਦਾ ਬਚਨ ਹੈ ਕਿ ਇੱਕੋ ਚੀਜ਼ ਤੂੰ ਸੰਭਾਲ। ਪਹਿਲਾਂ ਤੇ ਆਪਾਂ ਬਾਣੀ ਪੜ੍ਹਨ ਦੀ, ਇੱਕ ਗੁਰੂ ਸਾਹਿਬ ਦਾ ਇੱਕ ਉਪਦੇਸ਼ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ, ਉਹਨੂੰ ਸਿਰਫ ਤੁਸੀਂ ਪਕੜ ਲੈਣਾ, ਉਹੀ ਬਹੁਤ ਹੈ। ਜਿਵੇਂ ਆਪਾਂ ਕਈ ਵਾਰੀ ਕਹਿੰਦੇ ਆ ਵੀ ਜ਼ਿਆਦੀਆਂ ਗੱਲਾਂ ਗੁਰੂ ਸਾਹਿਬ ਦੀਆਂ ਨਹੀਂ ਸੁਣਾਈਆਂ, ਇਹ ਗੁਰੂ ਸਾਹਿਬ ਦੀਆਂ ਗੱਲਾਂ ਨੇ। ਤਾਂ ਦੂਜਾ ਮਹਾਰਾਜ ਨੇ ਕਿਹਾ ਕਿ ਸਭ ਤੋਂ ਮਹਿੰਗੀ ਚੀਜ਼ ਆਪਣੇ ਗੁਰੂ ਨੂੰ ਭੇਟਾ ਕਰ। ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ? ਸਭ ਤੋਂ ਪਿਆਰੀ ਚੀਜ਼ ਆਪਣੇ ਗੁਰੂ ਨੂੰ ਭੇਟਾ ਕਰ। ਉਹ ਸਭ ਤੋਂ ਪਿਆਰੀ ਚੀਜ਼ ਹੈ ਅੰਮ੍ਰਿਤ ਵੇਲੇ ਦੀ ਨੀਂਦ। ਅੰਮ੍ਰਿਤ ਵੇਲੇ ਦੀ ਨੀਂਦ ਬੰਦੇ ਨੂੰ ਬਹੁਤ ਪਿਆਰੀ ਲੱਗਦੀ ਹੈ, ਬਹੁਤ ਗੂੜੀ ਨੀਂਦ ਆਉਂਦੀ। ਜਿਹੜਾ ਬਿਮਾਰ ਠਮਾਰ ਵੀ ਹੋਵੇ, ਭਾਵੇਂ ਸਾਰੀ ਰਾਤ ਨੀਂਦ ਨਾ ਆਵੇ, ਸਵੇਰੇ ਉਹਨੂੰ ਵੀ ਆ ਜਾਂਦੀ ਹੈ। ਕਿਉਂਕਿ ਇਹ ਕਲਯੁਗ ਦਾ ਸਮਾਂ, ਕਲਯੁਗ ਦੀ ਗੱਲ ਹੋਈ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਜਦੋਂ ਕਲਯੁਗ ਗੁਰੂ ਨਾਨਕ ਸਾਹਿਬ ਜੀ ਨੂੰ ਉੜੀਸਾ ਦੇ ਜੰਗਲਾਂ ਦੇ ਵਿੱਚ ਆਣ ਕੇ ਮਿਲਿਆ ਸੀ ਨਾ, ਭਾਈ ਮਰਦਾਨਾ ਤੇ ਗੁਰੂ ਸਾਹਿਬ ਬੈਠੇ ਸੀ। ਤੇ ਭਾਈ ਮਰਦਾਨਾ ਜੀ 50 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਨੇ। ਤੇ ਸਾਧ ਸੰਗਤ ਜੀ ਜਦੋਂ ਬੜੀ ਹਨੇਰੀ ਆਈ, ਝੱਖੜ ਆਇਆ, ਤੇ ਭਾਈ ਮਰਦਾਨਾ ਜਿਹੜਾ ਨਾ, ਉਹਦੇ ਬਚਨ ਲਿਖੇ ਹੋਏ ਨੇ ਜਨਮ ਸਾਖੀ ਦੇ ਵਿੱਚ। ਉਹ ਕਹਿਣ ਲੱਗੇ ਕਿ ਬਾਬਾ ਕਿੱਥੇ ਆਣ ਮਾਰਿਆ ਈ। ਇਸ ਤਰ੍ਹਾਂ ਹੀ ਉਹ ਬੋਲਦੇ ਸਨ, ਸਿੱਧੀ ਭਾਸ਼ਾ ਗੁਰੂ ਨਾਨਕ ਸਾਹਿਬ। ਕਿੱਥੇ ਆਣ ਮਾਰਿਆ ਈ, ਇੱਥੇ ਤਾਂ ਗੋਰੋਂ ਕੱਫਣੋਂ ਵੀ ਗਏ। ਗੋਰੋਂ ਕੱਫਣੋਂ ਦਾ, ਗੋਰ ਦਾ ਮਤਲਬ ਹੈ ਮੜੀ ਆਪਣਾ ਕਬਰ, ਤੇ ਕੱਫਣ ਦਾ ਮਤਲਬ ਤੂੰ ਸਮਝਦੀ ਹੋ ਵੀ ਇੱਥੇ ਤੇ ਕਿਸੇ ਸੰਸਕਾਰ ਵੀ ਨਹੀਂ ਕਰਨਾ। ਤੇ ਗੁਰੂ ਸਾਹਿਬ ਚੌਂਕੜਾ ਲਾ ਕੇ ਬੈਠੇ, ਤੇ ਮਰਦਾਨਾ ਸਿਰ ਲਾ ਕੇ ਨਾਲ ਗੁਰੂ ਸਾਹਿਬ ਦੇ। ਇੰਨੀ ਹਨੇਰੀ ਤੇਜ਼ ਆਈ, ਭਿਆਨਕ। ਤੇ ਸਤਿਗੁਰੂ ਕਹਿੰਦੇ ਮਰਦਾਨਿਆ ਉੱਠ, ਰਬਾਬ ਛੇੜ। ਤੇ ਮਰਦਾਨਾ ਗੁਰੂ ਸਾਹਿਬ ਨਾਲ ਇੱਕ ਮਿੱਕ ਸੀ, ਤੇ ਗੱਲਾਂ ਸਿੱਧੀਆਂ ਮਖੌਲ ਦੀਆਂ ਵੀ ਕਰ ਲੈਂਦਾ ਸੀ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਤੈਨੂੰ ਰਬਾਬ ਸੁੱਝਦੀ ਏ, ਮੇਰਾ ਤੇ ਗਲਾ ਬੰਦ ਹੋ ਜਾਂਦਾ ਡਰ ਦੇ ਨਾਲ ਵੀ ਬਚਾਂਗੇ ਕਿ ਨਹੀਂ ਆ। ਕਹਿੰਦੇ ਉੱਠ ਮਰਦਾਨਿਆ, ਚੌਹਾਂ ਪਾਸੇ ਲੀਕ ਮਾਰ ਦੇ। ਤਾਂ ਛੋਟੀ ਗੱਲ ਕਰਾਂ, ਸਮਾਂ ਹੋ ਗਿਆ, ਕਲਯੁਗ ਆਇਆ ਮਹਾਰਾਜ ਨੂੰ। ਸਮੇਂ ਦਾ ਜਿਹਦਾ ਸਮਾਂ ਹੁਣ ਰੱਬ ਨੇ ਮਿਥਿਆ ਹੋਇਆ, ਕਲਯੁਗ ਦਾ ਸਮਾਂ ਹੈ, ਉਹਦੀ ਸਰਕਾਰ ਚੱਲਦੀ। ਤਾਂ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਮਰਦਾਨਿਆ ਉੱਠ। ਕੋਈ ਬੰਦਾ ਮਿਲਣ ਵਾਸਤੇ ਆਇਆ, ਸਾਹਮਣੇ ਖੜਾ ਸੀ ਮਨੁੱਖ ਦਾ ਰੂਪ ਧਾਰਨ ਕਰਕੇ। ਉਹਨੇ ਆਪਣੇ ਉੱਤੇ ਪੁਰਾਣਾ ਕੰਬਲ ਲਿਆ ਹੋਇਆ ਜਿਹਦੇ ਵਿੱਚ ਮੋਰੀਆਂ ਨਿਕਲੀਆਂ ਨੇ, ਪਾਟੀਆਂ ਹੋਈਆਂ ਨੇ, ਤੇ ਇੱਕ ਹੱਥ ਦੇ ਵਿੱਚ ਜੀਭ ਫੜੀ ਹੋਈ, ਤੇ ਇੱਕ ਹੱਥ ਦੇ ਵਿੱਚ ਉਹਨੇ ਅੱਗ ਫੜੀ ਹੋਈ ਹੈ। ਅੱਗ ਆਪਾਂ ਕੋਲੋਂ ਬਣਾ ਕੇ ਕਹਿੰਦੇ ਆ, ਕਿਉਂਕਿ ਸਾਡੇ ਵਿੱਚ ਇਹ ਆਦਤ ਪੈ ਗਈ ਵੀ ਕਾਮ ਦੀ ਗੱਲ ਨਹੀਂ ਕਰਨੀ, ਅਸ਼ਲੀਲਤਾ ਦੀ ਗੱਲ ਹੈ ਜੀ, ਅਸ਼ਲੀਲਤਾ ਦੀ ਗੱਲ ਹੈ। ਕਹਿ ਕੇ ਇਸ ਚੀਜ਼ ਨੂੰ ਇੰਨਾ ਅਸ਼ਲੀਲਤਾ, ਓਨੀ ਜ਼ਿਆਦਾ ਅਸ਼ਲੀਲ ਹੋ ਗਿਆ ਪੰਜਾਬ ਸਾਡਾ। ਮਨੁੱਖ ਦੀ ਕਾਮ ਇੰਦਰੀ ਫੜੀ ਹੋਈ ਸੀ ਕਲਯੁਗ ਨੇ ਹੱਥ ਦੇ ਵਿੱਚ। ਭਾਈ ਮਰਦਾਨਾ ਕਹਿੰਦਾ ਵੀ ਤੂੰ ਕੌਣ ਹੈ? ਕਹਿੰਦਾ ਮੈਂ ਕਲਯੁਗ ਹਾਂ। ਕਹਿੰਦੇ ਆ ਕੌਣ ਹੈ ਤੂੰ? ਕਹਿੰਦੇ ਮੈਂ ਸਮੇਂ ਦਾ ਬਾਦਸ਼ਾਹ। ਕਹਿੰਦੇ ਬਾਦਸ਼ਾਹ ਚੰਗਾ, ਪੁਰਾਣਾ ਕੰਬਲ ਲਈ ਫਿਰਨਾ। ਕਹਿੰਦੇ ਮਰਦਾਨਿਆ ਇਹ ਕੰਬਲ ਜਿਹੜਾ ਇਹਨੂੰ ਆਲਸ ਦਾ ਕੰਬਲ ਕਹਿੰਦੇ ਨੇ। ਜਦੋਂ ਸਵੇਰੇ 4 ਵਜਦੇ ਨੇ ਮੈਂ ਸਾਰੀ ਦੁਨੀਆ ਤੇ ਸਿੱਟ ਦੇਣਾ, ਪਰਤ ਕੇ ਉੱਠਣ ਨਹੀਂ ਦਿੰਦਾ ਉਹਨਾਂ ਨੂੰ। ਸਵੇਰੇ ਉੱਠਣਾ ਬਹੁਤ ਔਖਾ ਹੈ।
ਭਾਈ ਮਰਦਾਨਾ ਕਹਿੰਦਾ ਵੀ ਇਹਦੇ ਵਿੱਚ ਮੋਰੀਆਂ ਕਿੱਥੋਂ ਨਿਕਲ ਗਈਆਂ ਨੇ? ਕਹਿੰਦੇ ਮੋਰੀਆਂ ਇਸ ਬਾਬੇ ਦੇ ਸਿੱਖਾਂ ਨੇ ਕੱਢ ਦਿੱਤੀਆਂ ਨੇ, ਇਹ ਕੰਬਲ ਪਾੜ ਕੇ ਬਾਹਰ ਨਿਕਲ ਜਾਂਦੇ, ਇਹ ਨਹੀਂ ਪਰਵਾਹ ਕਰਦੇ ਮੇਰੀ। ਇਹ ਇਹਨਾਂ ਦੀ ਵਿਸ਼ੇਸ਼ਤਾ ਹੈ। ਫਿਰ ਉਹਨਾਂ ਨੇ ਪੁੱਛਿਆ ਵੀ ਤੂੰ ਦੋ ਚੀਜ਼ਾਂ ਪੜ੍ਹੀਆਂ, ਇੱਕ ਹੱਥ ਵਿੱਚ ਬੰਦੇ ਦੀ ਜ਼ੁਬਾਨ ਫੜੀ ਤੇ ਇੱਕ ਵਿੱਚ ਤੂੰ ਕਾਮ ਇੰਦਰੀ ਫੜੀ ਹੈ, ਵੀ ਇਹ ਕੀ ਹੈ? ਕਹਿੰਦਾ ਇਹਨਾਂ ਦੋ ਚੀਜ਼ਾਂ ਵਿੱਚ ਮੈਂ ਸਾਰੀ ਦੁਨੀਆ ਨੂੰ ਆਪਣੇ ਵੱਸ ਵਿੱਚ ਕਰ ਲਿਆ, ਖਾਣ ਪੀਣ ਦੇ ਰਸ ਵਿੱਚ ਤੇ ਕਾਮ ਦੇ ਰਸ ਦੇ ਵਿੱਚ। ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਦੁਨੀਆ ਨੂੰ ਮੈਂ ਕਾਬੂ ਕਰ ਲਿਆ, ਆਪਣੇ ਪਿੱਛੇ ਲਾ ਲਿਆ। ਪਰ ਜਿੱਥੇ ਇਸ ਬਾਬੇ ਨਾਨਕ ਦਾ ਜਪਜੀ ਸਾਹਿਬ ਪੜ੍ਹਿਆ ਜਾਂਦਾ ਉੱਥੇ ਮੇਰੀ ਵਾਹ ਨਹੀਂ ਚੱਲਦੀ। ਮੈਂ ਤਾਂ ਇਹਦੇ ਕੋਲ ਆਇਆ ਵੀ ਤੂੰ ਮੇਰੇ ਰਾਜ ਦੇ ਵਿੱਚ ਦਖਲ ਕਿਉਂ ਦਿੰਦਾ ਹੈ? ਸਤਿਗੁਰੂ ਕਹਿੰਦੇ ਵੀ ਮੇਰੇ ਨਾਲ ਗੱਲ ਕਰ ਲੈ ਚੁੱਪ ਕਰਕੇ। ਜਿੱਥੇ ਸਾਡਾ ਪਹਿਰਾ ਹੋਵੇਗਾ ਨਾ ਬਾਣੀ ਦਾ, ਉੱਥੇ ਨੇੜੇ ਨਾ ਆਵੀਂ, ਫਿਰ ਨਾ ਕਹੀਂ ਪਿਆ ਵਿਆਹ ਹੋ ਗਿਆ। ਜਿੱਥੇ ਤੇਰਾ ਸ਼ਿਕਾਰ ਹੈ ਤੂੰ ਮਾਰੀ ਜਾ। ਜਿੱਥੇ ਸਾਡੇ ਸਿੱਖ ਬਾਣੀ ਪੜ੍ਹਨ ਵਾਲੇ ਉਹਨਾਂ ਦੇ ਨੇੜੇ ਨੇ, ਉਹ ਕਹਿੰਦੇ ਨਹੀਂ ਮਹਾਰਾਜ ਨੇੜੇ ਨਹੀਂ ਆਉਂਦਾ। ਇਸ ਕਰਕੇ ਉਹ ਕਲਯੁਗ ਹੈ। ਪਰ ਅੱਜ ਕਲਯੁਗ ਸਿੱਖਾਂ ਦੇ ਵਿੱਚ ਹੀ ਵੜ ਗਿਆ ਹੈ, ਖਾਸ ਕਰਕੇ ਇਹਨਾਂ ਦੇ ਵਿਆਹਾਂ ਵਿੱਚ ਵੜ ਗਿਆ ਹੈ। ਕਰਾਉਂਦੇ ਦੇ ਅਖੰਡ ਪਾਠ ਵੀ ਹਨ, ਪਰ ਇਕੱਠੀ ਬੁੱਕ ਕਰਾ ਕੇ ਆਉਂਦੇ ਇੱਕੋ ਦਿਨ ਹੀ। ਅਖੰਡ ਪਾਠ ਵਾਲਿਆਂ ਨੂੰ ਉਦੋਂ ਹੀ ਬੁੱਕ ਕਰਾ ਕੇ ਆਉਂਦੇ ਨੇ, ਬੱਕਰਿਆਂ ਵਾਲਿਆਂ ਨੂੰ ਵੀ, ਸ਼ਰਾਬ ਵਾਲਿਆਂ ਨੂੰ, ਨੱਚਣ ਵਾਲੇ, ਤਿੰਨਾਂ ਚੋਂ ਉਹਨੂੰ ਇਕੱਠਿਆਂ ਨੂੰ ਬੁੱਕ ਕਰਾਉਂਦੇ ਵੀ ਇਕੱਠੇ ਹੀ ਅੱਜ ਹੀ ਨਿਬੇੜ ਆਈ। ਜਦੋਂ ਘਰ ਮੁੜਦੇ ਨਿਬੇੜ ਆਏ ਉਹ ਸਾਰੇ ਕੰਮ। ਕਹਿੰਦੇ ਹਾਂ ਗੁਰਦੁਆਰੇ ਪਾਠ ਵੀ ਬੁੱਕ ਕਰਾਏ ਆ ਤੇ ਆਰਕੈਸਟਰਾ ਵੀ ਬੁੱਕ ਕਰਾਏ ਆ, ਨੱਚਣ ਵਾਲਿਆਂ ਵੀ, ਤੇ ਨਾਲ ਬੱਕਰੇ ਵੀ, ਤੇ ਇੰਨੀ ਪ੍ਰਕਾਰ ਦਾ ਮੀਟ ਵੀ, ਤੇ ਇੰਨੀ ਪ੍ਰਕਾਰ ਦਾ ਸ਼ਰਾਬ ਵੀ, ਸਾਰਾ ਕੁਝ ਇਕੱਠਾ ਹੀ ਕਰ ਰਹੇ ਆ। ਇਹ ਹੁਣ ਆਪਾਂ ਖਿਆਲ ਕਰਨਾ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਪੰਜਾਬ ਨੂੰ ਲੈ ਕੇ ਏਡੀ ਵਧੀਆ ਧਰਤੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਇੰਨਾ ਸੋਹਣਾ ਦਿੱਤਾ ਸੀ, ਸਾਰਾ ਕੁਝ, ਉਹਨੂੰ ਅਸੀਂ ਗਵਾਈਏ ਨਾ, ਤੇ ਉਹਨੂੰ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਣੇ ਨਾਲ ਜੁੜੀਏ, ਗੁਰੂ ਦੇ ਚਰਨਾਂ ਨਾਲ ਜੁੜ ਕੇ ਜੀਵਨ ਨੂੰ ਸਫਲ ਕਰੀਏ। ਸੋ ਆਪ ਸੰਗਤਾਂ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦੀਆਂ ਬਹੁਤ ਵਧਾਈਆਂ, ਔਰ ਬੜੇ ਪਿਆਰ ਨਾਲ ਨਗਰ ਦੀਆਂ ਸੰਗਤਾਂ ਮਨਾ ਰਹੇ ਹੋ ਤੁਸੀਂ ਗੁਰੂ ਸਾਹਿਬ ਦੇ ਉਪਦੇਸ਼, ਤੇ ਵੱਧ ਤੋਂ ਵੱਧ ਬਾਣੀ ਨਾਲ ਜੁੜ ਕੇ ਜਪਜੀ ਸਾਹਿਬ ਜਿਵੇਂ ਬੇਨਤੀ ਕੀਤੀ ਵੀ ਸੰਥਿਆ ਕਰਕੇ ਬਾਣੀ ਪੜ੍ਹ ਕੇ ਤੇ ਜੀਵਨ ਸਫਲ ਕਰੀਏ। ਸਾਰਿਆਂ ਦਾ, ਗੁਰੂ ਕੇ ਪ੍ਰਬੰਧਕ ਵੀਰਾਂ ਦਾ, ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਪਿਆਰ ਸਹਿਤ ਫਤਿਹ ਬੁਲਾਓ। ਇੱਕ ਬੇਨਤੀ ਛੋਟੀ ਜੀ, ਅਸੀਂ ਜਿਵੇਂ ਨੌਜਵਾਨ ਸਵਾਲ ਜਵਾਬ ਕਰਦੇ ਇੱਥੋਂ ਨਿਕਲਦੇ ਆ 5-7 ਸਵਾਲਾਂ ਜਵਾਬਾਂ ਵਾਲੇ ਵੀ ਆ ਗੱਲ ਕਿਹੜੀ, ਉਹਦੇ ਵਾਸਤੇ ਅਸੀਂ ਇੱਕ ਤਾਂ ਚਲੋ ਵਿਚਾਰ ਗੋਸ਼ਟੀਆਂ ਤਾਂ ਸ਼ੁਰੂ ਕੀਤੀਆਂ ਨੇ ਵੀ ਜਿੱਥੇ ਸਮਾਗਮ ਹੋਵੇ ਉਹਨਾਂ ਨੂੰ ਪਹਿਲਾਂ ਕਹਿ ਦਿੱਤਾ ਹੈ ਵੀ ਜਿਹੜੇ ਤੁਹਾਡੇ ਸਵਾਲ ਨੇ ਸਾਨੂੰ ਲਿਖ ਕੇ ਪਹਿਲਾਂ ਭੇਜ ਦਿਓ, ਅਸੀਂ ਕਥਾ ਵਿੱਚ ਤੁਹਾਡੇ ਜਵਾਬ ਦੇ ਦਿਆਂਗੇ। ਇੱਕ ਤਾਂ ਉਹ ਹੈ, ਤੇ ਇੱਕ ਅਸੀਂ ਜਿਹੜੇ ਦੁਬਿਧਾ ਪਿੱਛੇ ਪਾਈ ਗਈ ਕੌਮ ਦੇ ਵਿੱਚ ਬੜੀਆਂ ਗੱਲਾਂ ਦੇ ਉੱਤੇ, ਇਤਿਹਾਸ ਦੇ ਉੱਤੇ, ਹੋਰ ਗੱਲਾਂ ਤੇ, ਉਹਦੇ ਵਾਸਤੇ ਇੱਕ ਅਸੀਂ ਕੋਰਸ ਬਣਾਇਆ ਹੈ। 144 ਦਿਨਾਂ ਵਿੱਚ ਉਹ ਪੂਰਾ ਹੋ ਜਾਂਦਾ ਹੈ। 144 ਦਿਨਾਂ ਵਿੱਚ, ਤੇ 3 ਸਾਲਾਂ ਵਿੱਚ 144 ਐਤਵਾਰ ਆਉਂਦੇ ਨੇ। ਉਹਨਾਂ ਵਿੱਚ ਤੁਸੀਂ ਘਰ ਦੇ ਕੰਮ ਕਰਦੇ ਘਰ ਵਿੱਚ ਹੀ ਬਹਿ ਕੇ ਕਰ ਸਕਦੇ ਹੋ ਆਰਾਮ ਦੇ ਨਾਲ। ਤੇ ਉਹ ਜੇ ਕਿਸੇ ਨੇ ਕਰਨਾ ਹੋਵੇ ਤਾਂ ਉਹ ਜਦੋਂ ਬਾਹਰ ਸਿੰਘ ਜਾਣਗੇ, ਇਹਨਾਂ ਕੋਲ ਸਾਰਾ ਐਡਰੈਸ ਵਗੈਰਾ ਹੈ, ਤੁਸੀਂ ਮੰਗਾ ਸਕਦੇ ਹੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।